सत श्री अकाल स्टूडेंट्स, मैं दविंदर सिद्धू ਤੁਹਾਡਾ ਸਾਰਿਆਂ ਦਾ ਸਕਸੈਸ ਟਰੀ ਪੰਜਾਬ ਯਾਨੀ ਕਿ ਸਫਲਤਾ ਦੇ ਰੁੱਖ ਉੱਤੇ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਆਈ ਹੋਪ ਬੱਚੇ ਸਾਰਿਆਂ ਦੀ ਸਿਹਤ ਹੋਵੇ ਚਾਹੇ ਹੋਵੇ ਮੈਂਟਲ ਹੈਲਥ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਹੈ ਸੈੱਟ ਬੈਠੂਗੀ। ਠੀਕ ਹੈ ਜੀ। ਓਕੇ स्टूडेंट्स, ਜਿਵੇਂ ਆਪਾਂ ਆਪਣੀ ਜਿਹੜੀ ਸੀਰੀਜ਼ ਚਲਾਏ ਰਹੇ ਹਾਂ ਆਪਾਂ ਅੱਜ ਫੇਰ MCQs ਜਿਹੜੇ ਡਿਸਕਸ ਕਰਾਂਗੇ। ਠੀਕ ਹੈ ਜੀ। ਆਲਮੋਸਟ ਆਪਾਂ 25 ਤੋਂ 30 MCQs ਡਿਸਕਸ ਕਰਾਂਗੇ ਜਿਹਦੇ ਵਿੱਚ ਮੈਜੋਰਿਟੀ ਦੇ ਵਿੱਚ ਆਪਾਂ ਜਿਹੜੇ ਨੇ ਪੋਲਿਟੀ ਤੇ ਫੋਕਸ ਕਰਨਾ ਹੈ। एक्सरसाइज ਨੂੰ ਅਸੀਂ ਟਾਰਗੇਟ ਕਰ ਰਹੇ ਹਾਂ, ਵੀਡੀਓ ਨੂੰ ਟਾਰਗੇਟ ਕਰ ਰਹੇ ਜਨਵਰੀ ਤੱਕ। ਆਲਰੇਡੀ ਸਾਡਾ ਜਿਹੜਾ ਮਾਸਟਰ ਕੋਰਸ ਆ ਆਲਰੇਡੀ ਚੱਲ ਰਿਹਾ। ਜਿਹੜੇ ਬੱਚੇ ਹਜੇ ਵੀ ਇੱਛੁਕ ਨੇ ਕਿ ਵਧੀਆ ਤਰੀਕੇ ਨਾਲ ਅਸੀਂ ਪੇਪਰ ਕਲੀਅਰ ਕਰੀਏ, ਵਧੀਆ ਸਾਡੇ ਸਬਜੈਕਟ ਹੋ ਜਾਣ, ਹਰੇਕ ਸਬਜੈਕਟ ਦੇ ਅਸੀਂ ਮਾਸਟਰ ਬਣ ਜਾਈਏ, ਤਾਂ ਚੁੱਪ ਕਰਕੇ ਬੱਚੇ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰੋ ਤੇ ਮਾਸਟਰ ਕੋਰਸ ਜੁਆਇਨ ਕਰ ਲਓ। ਇਨਵੈਸਟਮੈਂਟ ਕਰੋ ਆਪਣੇ ਉੱਤੇ, ਉਹਦੀ ਰਿਟਰਨ ਤੁਹਾਨੂੰ ਬਹੁਤ ਜ਼ਿਆਦਾ ਹਾਈ ਮਿਲੂਗੀ ਕਿਉਂਕਿ ਤੁਸੀਂ ਆਪਣੀ ਸੀਟਾਂ 'ਤੇ ਜਾ ਕੇ ਬੈਠ ਜਾਓਗੇ, ਸਰਕਾਰੀ ਨੌਕਰੀ ਮਿਲ ਜਾਊਗੀ। ਠੀਕ ਹੈ, ਉਹਦੀ ਕੋਈ ਕਹਿ ਦਈਏ ਵੀ ਉਹਦਾ ਕੋਈ ਮੁੱਲ ਨਹੀਂ। ਆਲਰਾਈਟ ਸਟੂਡੈਂਟਸ, ਚਲੋ ਆਪਾਂ ਅੱਜ ਦਾ ਇਹ ਗੱਲਾਂ ਚੱਲਦੀਆਂ ਰਹਿਣਗੀਆਂ। ਚਲੋ ਹੁਣ ਆਪਾਂ ਜਿਹੜਾ ਅੱਜ ਦਾ ਸੈਸ਼ਨ ਆ ਬੱਚੇ ਜਿਹੜਾ ਉਹ ਸਟਾਰਟ ਕਰ ਦਈਏ। ਪ੍ਰੈਕਟਿਸ ਕਰਾਂਗੇ ਆਪਾਂ ਮੈਕਸਿਮਮ ਕੁਐਸਚਨਸ ਆਪਾਂ ਜਿਹੜੇ ਨੇ ਡਿਸਕਸ ਕਰਾਂਗੇ ਜੀ ਅੱਜ ਆਪਾਂ ਪੋਲਿਟੀ ਦੇ। ਪੋਲਿਟੀ ਚੋਂ ਆਪਾਂ ਜਿਹੜੀ ਕੁਐਸਚਨਸ ਡਿਸਕਸ ਕਰਨੇ ਨੇ ਉਹਦੇ ਵਿੱਚੋਂ ਵੀ ਜਿਵੇਂ ਪੋਲਿਟੀ ਦੇ ਵਿੱਚ ਵੀ ਜਾਵਾਂ ਅੱਗੇ ਜਾ ਕੇ कुछ प्रेजिडेंट ते करांगे क्वेश्चन ਆਪਾਂ, कुछ वाइस प्रेजिडेंट ते करांगे, कंट्रोलर एंड ऑडिटर जनरल कैग ते करांगे, एडवोकेट जनरल ते करांगे, प्लस कॉन्स्टिट्यूएंट असैंबली चो करांगे। पहले 10 क्वेश्चन ਆਪਾਂ कॉन्स्टिट्यूएंट असैंबली च करांगे। 1946 च बनी सी, 9 ਦਸੰਬਰ 1946 याद करो पहली मीटिंग। 13 ਦਸੰਬਰ 1946 ਨੂੰ ऑब्जेक्टिव रेजोल्यूशन पेश किया गया। किहदे द्वारा? ये क्वेश्चन है, मैं तुहानूं दसूंगा नहीं। ठीक है जी। चलो हुण एक गल होर बच्चे, हुण तुसीं कहोगे भी सर साडे चैट साडे ਜਿਹੜੇ ਮੈਸੇजेस ਆ ਰਹੇ ਨੇ ਚੈਟ ਬਾਕਸ 'ਚ ਰਿਪਲਾਈ ਕਿਉਂ ਨਹੀਂ ਕਰ ਰਹੇ? ਕਿਉਂਕਿ ਬੱਚੇ ਰਿਕਾਰਡਡ ਸੈਸ਼ਨ ਹੈ, ਕਿਉਂਕਿ ਅੱਜ ਦੇ ਦਿਨ ਯਾਨੀ ਕਿ ਫਰਾਈਡੇ ਹੈ ਨਾ, ਫਰਾਈਡੇ ਨੂੰ ਅਸੀਂ ਜਿਹੜੇ ਹੈ ਅਸੀਂ ਸਾਡੀ ਸਾਰੀ ਟੀਮ ਹੈ ਜਿਹੜੀ ਟੂਰ ਤੇ ਜਾ ਰਹੀ ਹੈ। ਠੀਕ ਹੈ ਜੀ। ਸੋ ਅਸੀਂ ਟੂਰ ਤੇ ਜਾ ਰਹੇ ਹਾਂ, ਸੋ ਬੇਸਿਕਲੀ ਅਵੇਲੇਬਲ ਨਹੀਂ ਹੋਗੇ, ਬਟ ਤੁਹਾਡਾ ਨੁਕਸਾਨ ਨਾ ਹੋਵੇ ਮੈਂ ਇਹ ਚੀਜ਼ ਪਹਿਲਾਂ ਹੀ ਰਿਕਾਰਡ ਕਰਕੇ ਜਾ ਰਹੇ ਹਾਂ। ਠੀਕ ਹੈ ਜੀ। ਸ਼ਿਮਲੇ ਅਸੀਂ ਘੁੰਮਣ ਜਾ ਰਹੇ ਹਾਂ, ਘੁੰਮਣਾ ਵੀ ਬਣਦਾ ਜੀ ਕਿ ਨਹੀਂ। ਸੋ ਹੁਣ ਇਹ ਰਿਕਾਰਡਡ ਸੈਸ਼ਨ ਹੋਊਗਾ ਤਾਂ ਹੀ ਤੁਹਾਡੇ ਕੋਈ ਚੈਟ ਦੇ ਵਿੱਚ ਥੋੜੇ ਮੈਸੇजेस ਦਾ ਕੋਈ ਰਿਪਲਾਈ ਨਹੀਂ ਆਊਗਾ। ਠੀਕ ਹੈ ਜੀ। ਸੋ ਮੈਂ ਵੀ ਤੁਹਾਨੂੰ ਦੱਸ ਦਵਾਂ ਇਹ ਗੱਲ, ਇਹ ਵੀ ਦੱਸਣੀ ਜ਼ਰੂਰੀ ਹੈ। ਓਕੇ, ਤੇ ਅੱਜ ਆਪਾਂ ਸਿਰਫ ਕਹਿ ਦਈਏ ਵੀ ਮੈਕਸਿਮਮ ਕੁਐਸਚਨਸ ਕਵਰ ਹੋ ਜਾਣਗੇ ਕਿਉਂਕਿ ਇੰਟਰੈਕਸ਼ਨ ਨਹੀਂ ਹੋਣੀ ਆਪਣੀ ਕੋਈ। ਜਦੋਂ ਕੋਈ ਇੰਟਰੈਕਸ਼ਨ ਨਹੀਂ ਹੋਊਗੀ ਮੈਕਸਿਮਮ ਕੁਐਸਚਨਸ ਕਵਰ ਹੋ ਜਾਣਗੇ। ਆਲਰਾਈਟ, ਜਿਵੇਂ ਮੈਂ ਹੁਣ ਤੁਹਾਡੇ ਬਾਰੇ ਸੋਚਿਆ ਵੀ ਤੁਹਾਡਾ ਨੁਕਸਾਨ ਨਹੀਂ ਹੋਣਾ ਚਾਹੀਦਾ, ਤੁਹਾਡਾ ਇੱਕ ਦਿਨ ਵੀ ਮੈਂ ਤੁਹਾਡੀ ਛੁੱਟੀ ਨਹੀਂ ਕਰਾਊਂਗਾ, ਤੁਸੀਂ ਵੀ ਹੁਣ ਇੱਕ ਦਿਨ ਵੀ ਛੁੱਟੀ ਨਹੀਂ ਮਾਰਨੀ। ਠੀਕ ਹੈ ਜੀ। ਸਾਰਾ ਵੀਡੀਓ ਜਿਹੜੀ ਐਂਡ ਤੱਕ ਦੇਖਿਓ, ਕੁਐਸਚਨ ਸੋਲਵ ਕਰੋ ਤੇ ਆਪਣੇ ਆਪ ਨੂੰ ਐਨਾਲਾਈਜ਼ ਕਰੋ ਵੀ ਅੱਜ ਤੁਸੀਂ ਆਪਣੀ ਪ੍ਰੈਪਰੇਸ਼ਨ ਦੇ ਵਿੱਚ ਕਿੰਨੇ ਕੁ ਸਟੈਪ ਅੱਗੇ ਜਾਂ ਪਿੱਛੇ ਹੋ, ਅਸੈਸ ਕਰੋ ਆਪਣੇ ਆਪ ਨੂੰ। ਆਲਰਾਈਟ ਜੀ। ਚਲੋ ਬੱਚੇ ਅੱਜ ਦਾ ਕੁਐਸਚਨ ਜਿਹੜਾ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਕੀ ਹੈ ਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕੌਂਸਟੀਟਿਊਐਂਟ ਅਸੈਂਬਲੀ ਦੇ ਕੁਐਸਚਨ ਪੁੱਛਾਂਗੇ। ਕਹਿੰਦਾ ਜੀ ਚੇਅਰਪਰਸਨ ਕੌਣ ਸੀ? ਕਮੇਟੀਜ਼ ਆਪਾਂ ਪੜ੍ਹੀਆਂ ਸੀਗੀਆਂ ਕੌਂਸਟੀਟਿਊਐਂਟ ਅਸੈਂਬਲੀ ਵਿੱਚ, 8 ਇੰਪੋਰਟੈਂਟ ਕਮੇਟੀਜ਼ ਬਣੀਆਂ ਸੀ, 4 ਡਿਫਰੈਂਟ ਟਾਸਕ। ਸੋ ਪਹਿਲਾ ਕੁਐਸਚਨ ਹੈ ਜੀ, ਕਹਿੰਦਾ ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨਲ ਕਮੇਟੀ ਦਾ ਜਿਹੜਾ ਚੇਅਰਪਰਸਨ ਹੈ ਉਹ ਕੌਣ ਸੀ? ਉਹ ਉਹੀ ਸੀ ਜਿਹਦੇ ਨਾਮ ਤੇ ਸਟੈਚੂ ਆਫ ਯੂਨਿਟੀ ਬਣੀ ਹੋਈ ਹੈ ਬੱਚੇ। ਇਹਦਾ ਜਿਹੜਾ ਆਨਸਰ ਸੀ ਉਹਦਾ ਆਨਸਰ ਆਊਗਾ ਜੀ ਸਰਦਾਰ ਵੱਲਭ ਭਾਈ ਪਟੇਲ। ਆਲਰਾਈਟ। ਜਵਾਹਰ ਲਾਲ ਨਹਿਰੂ ਸੀਗੇ, ਉਹਨਾਂ ਦਾ ਇੱਕ ਅਲੱਗ ਜਿਹੜਾ ਪੋਰਟਫੋਲੀਓ ਸੀ ਉਹ ਤੁਹਾਨੂੰ ਮੈਂ ਦਿਖਾਊਂਗਾ ਅੱਗੇ ਜਾ ਕੇ, ਸਾਰਾ ਕੁਝ ਲਿਖ ਰੱਖਿਆ। ਅਗਲੇ ਕੁਐਸਚਨ ਤੇ ਆਓ। ਕਹਿੰਦੇ ਇੱਕ ਹੋਰ ਕਮੇਟੀ ਸੀ ਜਿਹਦਾ ਨਾਮ ਬਹੁਤ ਲੰਬਾ ਸੀ ਕਮੇਟੀ ਦਾ, ਉਹ ਕਮੇਟੀ ਦਾ ਨਾਮ ਕੀ ਸੀ? ਕਹਿੰਦੇ ਜੀ ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ, ਮਾਈਨੋਰਿਟੀਜ਼ ਐਂਡ ਟਰਾਈਬਲ ਐਂਡ ਐਕਸਕਲੂਡਡ ਏਰੀਆਜ਼। ਕਹਿੰਦਾ ਆਹ ਜਿਹੜੀ ਕਮੇਟੀ ਬਣੀ ਸੀ ਜਦੋਂ ਕੌਂਸਟੀਟਿਊਐਂਟ ਅਸੈਂਬਲੀ ਬਣੀ ਸੀ ਉਹਦੇ ਵਿੱਚ 8 ਮੇਜਰ ਕਮੇਟੀਜ਼ ਬਣੀਆਂ ਸੀ। ਉਹਦੇ ਵਿੱਚੋਂ ਕਹਿੰਦੇ ਜਿਹੜੀ ਆਹ ਐਡਵਾਈਜ਼ਰੀ ਕਮੇਟੀ ਸੀ ਇਹਨੂੰ ਕਿਹਨੇ ਲੀਡ ਕੀਤਾ ਸੀ ਬੱਚੇ? ਇਹਨੂੰ ਲੀਡ ਕੀਤਾ ਸੀਗਾ ਸੇਮ ਬੰਦੇ ਨੇ ਜਿਹਦੇ ਨਾਮ ਤੇ ਕੀ ਹੈ ਸਟੈਚੂ ਆਫ ਯੂਨਿਟੀ। ਆਨਸਰ ਇਜ਼ ਵੱਲਭ ਭਾਈ ਪਟੇਲ। ਆਲਰਾਈਟ ਜੀ। ਇਹਦਾ ਵੀ ਜਿਹੜਾ ਆਨਸਰ ਹੈ ਵੱਲਭ ਭਾਈ ਪਟੇਲ ਹੈ। ਲਓ ਆਹ ਬੱਚੇ ਦੇਖੋ, ਆਹ ਆਪਣੀ 8 ਕਮੇਟੀਜ਼ ਬਣੀਆਂ ਸੀ, ਕਮੇਟੀਜ਼ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ। ਕਹਿੰਦੇ ਜੀ ਅਪੁਆਇੰਟ ਕੀਤੀਆਂ ਗਈਆਂ ਸੀ ਨੰਬਰ ਆਫ ਕਮੇਟੀਜ਼ ਕਿਉਂ ਕਿ ਉਹ ਡੀਲ ਕਰਨ ਕੀ ਡਿਫਰੈਂਟ ਟਾਸਕ ਆਫ ਕੌਂਸਟੀਟਿਊਸ਼ਨ ਮੇਕਿੰਗ। ਜਿਹੜਾ ਸੰਵਿਧਾਨ ਬਣ ਰਿਹਾ ਸੀ ਨਾ ਉਹਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਡਿਫਰੈਂਟ ਜਿਹੜੇ ਕਹਿ ਦਈਏ ਵੀ ਟਾਸਕ ਦਿੱਤੇ ਗਏ ਸੀ ਅਲੱਗ-ਅਲੱਗ, ਉਹ ਅਲੱਗ-ਅਲੱਗ ਬੰਦਿਆਂ ਨੂੰ ਜਿਹੜੇ ਪੋਰਟਫੋਲੀਓ ਦਿੱਤੇ ਵੀ ਤੂੰ ਆਹ ਚੀਜ਼ ਸਾਂਭ, ਤੂੰ ਆਹ ਚੀਜ਼ ਸਾਂਭ, ਤੂੰ ਆਹ ਚੀਜ਼ ਸਾਂਭ, ਤੂੰ ਆਹ ਚੀਜ਼ ਸਾਂਭ। ਜਿਵੇਂ ਡਰਾਫਟਿੰਗ ਦਾ ਕੌਂਸਟੀਟਿਊਸ਼ਨ ਲਿਖਣ ਦਾ ਕੰਮ ਕਿਹਨੂੰ ਦਿੱਤਾ ਗਿਆ ਸੀ? ਵਨ ਐਂਡ ਓਨਲੀ BR ਅੰਬੇਦਕਰ। ਉਵੇਂ ਹੀ ਡਿਫਰੈਂਟ ਟਾਸਕ ਸੀ। ਸੋ ਆਹ ਦੇਖੋ ਹੁਣ ਜਵਾਹਰ ਲਾਲ ਨਹਿਰੂ ਨੇ ਜਿਹੜੇ 3 ਕਮੇਟੀਆਂ ਉਹਨਾਂ ਨਾਲ ਡੀਲ ਕੀਤੀਆਂ, 3 ਕਮੇਟੀਆਂ ਪ੍ਰਾਈਮ ਮਿਨਿਸਟਰ ਬਣੇ ਨੇ ਆਪਣੇ ਪਹਿਲੇ, 3 ਕਮੇਟੀਆਂ ਨੂੰ ਡੀਲ ਕੀਤਾ ਇਹਨਾਂ ਨੇ। ਕਿਹੜਾ? ਯੂਨੀਅਨ ਪਾਵਰਸ ਕਮੇਟੀ, यूनियन कॉन्स्टिट्यूशन कमेटी, एक होर सी बच्चे की आ स्टेट्स कमेटी।
ਜਿਹਦਾ ਕੰਮ ਕੀ ਸੀਗਾ, ਨੈਗੋਸ਼ੀਏਟ ਕਰਨਾ ਸਟੇਟਸ ਨਾਲ। ਸੋ 3 ਕਮੇਟੀਆਂ ਨੂੰ ਲੀਡ ਕੀਤਾ ਸੀ ਕਿਹਨਾਂ ਨੇ, ਜਵਾਹਰ ਲਾਲ ਨਹਿਰੂ ਨੇ। ਕਿਹੜੀਆਂ? ਯੂਨੀਅਨ ਪਾਵਰਸ ਕਮੇਟੀ, ਯੂਨੀਅਨ ਕੌਨਸਟੀਟਿਊਸ਼ਨ ਕਮੇਟੀ ਤੇ ਸਟੇਟਸ ਕਮੇਟੀ। ਸਟੇਟਸ ਕਮੇਟੀ ਜਿਹਦਾ ਕੰਮ ਕੀ ਸੀ, ਕਮੇਟੀ ਫॉर ਨੈਗੋਸ਼ੀਏਟਿੰਗ ਵਿਦ ਸਟੇਟਸ। ਕਿਹਨਾਂ ਨੇ ਲੀਡ ਕੀਤਾ? ਜਵਾਹਰ ਲਾਲ ਨਹਿਰੂ ਨੇ। 3 ਕਮੇਟੀ ਯਾਦ ਰੱਖਣੀਆਂ ਨੇ। ਆਲਰਾਈਟ ਜੀ। ਉਸ ਤੋਂ ਇਲਾਵਾ ਜੀ ਸਰਦਾਰ ਵੱਲਭ ਭਾਈ ਪਟੇਲ ਜਿਹੜੇ ਨੇ ਉਹਨਾਂ ਨੂੰ 2 ਕਮੇਟੀਜ਼ ਦਾ ਹੈੱਡ ਬਣਾਇਆ ਗਿਆ। ਪਹਿਲੀ ਕਮੇਟੀ ਯੂਨੀਅਨ ਪਾਵਰਸ ਕਮੇਟੀ ਜਵਾਹਰ ਲਾਲ ਨਹਿਰੂ, ਪ੍ਰੋਵਿੰਸ਼ੀਅਲ ਕੌਨਸਟੀਟਿਊਸ਼ਨ ਕਮੇਟੀ। ਪ੍ਰੋਵਿੰਸ਼ੀਅਲ ਕੌਨਸਟੀਟਿਊਸ਼ਨਲ ਕਮੇਟੀ ਕੌਣ ਨੇ, ਕਿਹਨਾਂ ਨੇ ਲੀਡ ਕੀਤਾ? ਸਰਦਾਰ ਪਟੇਲ ਨੇ। ਇੱਕ ਹੋਰ ਕਮੇਟੀ ਜਿਹੜੀ ਮੈਂ ਤੁਹਾਨੂੰ ਹਜੇ ਕੁਐਸਚਨ 'ਚ ਪੁੱਛ ਕੇ ਹਟਿਆ ਸੀ, ਜਿਹਦਾ ਨਾਮ ਹੀ ਬੜਾ ਲੰਬਾ ਹੈ, ਐਡਵਾਈਜ਼ਰੀ ਕਮੇਟੀ ਆਨ ਫੰਡਾਮੈਂਟਲ ਰਾਈਟਸ, ਮਾਈਨੋਰਟੀਜ਼ ਐਂਡ ਟ੍ਰਾਈਬਲ ਐਂਡ ਐਕਸਕਲੂਡਡ ਏਰੀਆਸ। ਇਹਨਾਂ ਨੂੰ ਕਿਹਨੇ ਲੀਡ ਕੀਤਾ ਜੀ? ਵੱਲਭ ਭਾਈ ਪਟੇਲ ਨੇ। ਠੀਕ ਹੈ ਜੀ। 3 ਆਪਾਂ ਕਮੇਟੀਆਂ ਪੜ੍ਹ ਲਈਆਂ ਜਵਾਹਰ ਲਾਲ ਨਹਿਰੂ ਦੀਆਂ, 2 ਕਮੇਟੀਆਂ ਪੜ੍ਹ ਲਈਆਂ ਆਪਾਂ ਕਿਹਨਾਂ ਦੀਆਂ? ਸਰਦਾਰ ਵੱਲਭ ਭਾਈ ਪਟੇਲ ਦੀਆਂ। ਚਲੋ ਅੱਗੇ ਪੜ੍ਹੋ ਹੁਣ। ਡਰਾਫਟਿੰਗ ਕਮੇਟੀ ਆ ਗਈ। ਡਰਾਫਟਿੰਗ ਕਮੇਟੀ ਕਿਹਨਾਂ ਨੇ ਲੀਡ ਕੀਤੀ ਬੱਚੇ? ਦ ਵਨ ਐਂਡ ਓਨਲੀ ਡਾਕਟਰ BR ਅੰਬੇਦਕਰ। ਓਕੇ 6 ਹੋ ਗਈਆਂ ਜੀ। ਹੁਣ ਆਪਣੀਆਂ ਰਹਿ ਗਈਆਂ 2 ਕਮੇਟੀਆਂ। ਹੁਣ ਜਿਹੜੀਆਂ 2 ਕਮੇਟੀਆਂ ਬਚਦੀਆਂ ਹੋਈਆਂ ਉਹਨਾਂ ਨੂੰ ਕਿਹਨੇ ਲੀਡ ਕੀਤਾ ਬੱਚੇ? ਉਹਨਾਂ ਨੂੰ ਲੀਡ ਕੀਤਾ ਜੀ ਡਾਕਟਰ ਰਜਿੰਦਰ ਪ੍ਰਸਾਦ ਨੇ। ਡਾਕਟਰ ਰਜਿੰਦਰ ਪ੍ਰਸਾਦ ਨੇ ਦੋਨੋਂ ਕਮੇਟੀਜ਼ ਲੀਡ ਕੀਤੀਆਂ ਜੀ। ਉਹ ਕਿਹੜੀਆਂ ਸੀ? ਰੂਲਸ ਆਫ ਪ੍ਰੋਸੀਜਰ ਕਮੇਟੀ ਤੇ ਸਟੀਅਰਿੰਗ ਕਮੇਟੀ। ਰੂਲਸ ਆਫ ਪ੍ਰੋਸੀਜਰ ਕਮੇਟੀ ਤੇ ਸਟੀਅਰਿੰਗ ਕਮੇਟੀ ਇਹਨਾਂ ਨੂੰ ਕਿਹਨੇ ਲੀਡ ਕੀਤਾ ਸੀ ਜੀ? ਡਾਕਟਰ ਰਜਿੰਦਰ ਪ੍ਰਸਾਦ। ਆਲਰਾਈਟ ਜੀ। ਚਲੋ ਹੁਣ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਕੀ ਹੈ ਜੀ? ਕਹਿੰਦੇ ਜੀ ਕੌਨਸਟੀਟਿਊਐਂਟ ਅਸੈਂਬਲੀ, ਸੰਵਿਧਾਨ ਬਣਾਉਣੇ ਵਾਲੀ ਅਸੈਂਬਲੀ ਸੀ, ਉਹਨੂੰ ਬੇਸ ਬਣਾ ਕੇ ਕੁਝ ਸਟੇਟਮੈਂਟਸ ਤੁਹਾਨੂੰ ਦਿੱਤੀਆਂ ਗਈਆਂ ਨੇ। ਇਨ ਕੰਟੈਕਸਟ ਵਿਦ ਦਾ ਕੌਨਸਟੀਟਿਊਐਂਟ ਅਸੈਂਬਲੀ ਵਿਚ ਅਮੰਗ ਦਾ ਫੋਲੋਇੰਗ ਆਬਜ਼ਰਵੇਸ਼ਨ ਇਜ਼ ਔਰ ਆਰ ਕਰੈਕਟ। ਕਿਹੜੀ ਸਟੇਟਮੈਂਟ ਹੈ ਜਿਹੜੀ ਠੀਕ ਹੈ, ਆਪਾਂ ਉਹ ਦੱਸਣਾ ਜੀ। ਪਹਿਲੀ ਸਟੇਟਮੈਂਟ ਹੈ, ਕਹਿੰਦਾ ਮੈਂਬਰਸ ਆਫ ਦਾ ਕੌਨਸਟੀਟਿਊਐਂਟ ਅਸੈਂਬਲੀਜ਼ ਵਰ ਇਲੈਕਟਡ ਡਾਇਰੈਕਟਲੀ। ਕਹਿੰਦੇ ਜਿਹੜੇ ਉਹਦੇ ਮੈਂਬਰ ਆਪਾਂ ਜਿਹੜੇ ਚੁਣੇ ਗਏ ਸੀ ਉਹ ਸਿੱਧੇ ਡਾਇਰੈਕਟਲੀ ਇਲੈਕਟਡ ਸੀਗੇ। ਪਹਿਲੀ ਸਟੇਟਮੈਂਟ। ਓਕੇ ਅਗਲਾ, ਦ ਬੇਸਿਸ ਆਫ ਸੀਟਸ ਐਲੋਕੇਸ਼ਨ ਵਾਸ ਪੋਪੂਲੇਸ਼ਨ। ਕਹਿੰਦਾ ਜਿਹੜਾ ਬੇਸ ਬਣਾਇਆ ਗਿਆ ਵੀ ਸੀਟਸ ਐਲੋਕੇਟ ਕਰਨੀਆਂ, ਉਹਦਾ ਬੇਸ ਕੀ ਸੀ? ਪੋਪੂਲੇਸ਼ਨ। ਦੂਜੀ ਸਟੇਟਮੈਂਟ ਕਹਿ ਰਹੀ ਆ। ਤੀਜੀ ਕੀ ਕਹਿ ਰਹੀ ਆ? ਕਹਿੰਦਾ ਕੰਪੋਜੀਸ਼ਨ ਜਿਹੜੀ ਹੈ ਕੌਨਸਟੀਟਿਊਐਂਟ ਅਸੈਂਬਲੀ ਵਾਸ ਰਫਲੀ ਇਨ ਲਾਈਨ ਵਿਦ ਦਾ ਸਜੈਸ਼ਨਸ ਆਫ ਦਾ ਕੈਬਨਿਟ ਮਿਸ਼ਨ ਪਲਾਨ। ਓਕੇ ਠੀਕ ਹੈ ਜੀ। ਕਹਿੰਦਾ ਕੈਬਨਿਟ ਮਿਸ਼ਨ ਪਲਾਨ 1946 ਵਾਲਾ ਆਇਆ ਸੀ, ਉਹਦੇ ਤੇ ਬੇਸ ਉਹਨੂੰ ਉਹਦੀਆਂ ਜਿਹੜੀਆਂ ਆਪਣੀਆਂ ਸਜੈਸ਼ਨ ਸੀਗੀਆਂ ਉਹਨੂੰ ਕਹਿੰਦੇ ਇਹਨਾਂ ਨੇ ਕੰਸੀਡਰ ਕੀਤਾ ਫॉर द ਸੀਟਸ ਐਲੋਕੇਸ਼ਨ। ਚਲੋ ਠੀਕ ਹੈ ਜੀ। ਪਹਿਲੀ ਲਾਈਨ ਆ ਬੱਚੇ ਜਿਹੜੀ ਪਹਿਲੀ ਸਟੇਟਮੈਂਟ ਕਹਿੰਦਾ ਜੀ ਵਰ ਇਲੈਕਟਡ ਡਾਇਰੈਕਟਲੀ, ਇਹ ਤਾਂ ਗਲਤ ਹੈ ਕਿਉਂਕਿ ਪਾਰਸ਼ਲੀ ਇਲੈਕਟਡ ਸੀ ਤੇ ਪਾਰਸ਼ਲੀ ਕੀ ਸੀਗੇ ਬੰਦੇ? ਨੋਮੀਨੇਟਡ ਸੀ। ਠੀਕ ਹੈ ਜੀ। ਸੋ ਪਹਿਲੀ ਸਟੇਟਮੈਂਟ ਗਲਤ ਹੈ, ਇਹਨੂੰ ਕੱਟੋ। ਆਹ ਕੱਟਤਾ ਜੀ, ਆਹ ਕੱਟਤਾ ਜੀ, ਆਹ ਕੱਟਤਾ, ਆਹ ਚੱਕੋ। B ਆਪਸ਼ਨ ਬਿਲਕੁਲ ਠੀਕ ਹੈ। ਦੋਨੇ ਸਟੇਟਮੈਂਟਸ ਜਿਹੜੀਆਂ ਨੇ ਠੀਕ ਨੇ। ਸੋ ਆਂਸਰ ਕੀ ਹੈ ਬੱਚੇ? ਆਂਸਰ ਇਜ਼ B। B ਆਪਸ਼ਨ ਇਜ਼ ਦਾ ਕਰੈਕਟ ਆਂਸਰ। ਠੀਕ ਹੈ। ਨੈਗੇਟਿਵ ਐਲੀਮੀਨੇਸ਼ਨ ਨੂੰ ਤੁਸੀਂ ਬਹੁਤ ਜ਼ਿਆਦਾ ਯੂਜ਼ ਕਰਨਾ ਹੈ। ਮੈਂ ਦੱਸਦਾ ਵੀ ਰਹਿਣਾ ਤੁਹਾਨੂੰ ਬਾਰ-ਬਾਰ YouTube ਸੈਸ਼ਨਸ ਤੇ, ਦੁਬਾਰਾ ਦੱਸਦਾ ਵੀ ਰਹੂੰਗਾ ਅੱਗੇ ਜਾ ਕੇ ਵੀ। ਤੁਸੀਂ ਇਹ ਚੀਜ਼ ਕਰਨੀ ਹੀ ਕਰਨੀ ਹੈ। ਲਓ ਅਗਲਾ ਕੁਐਸਚਨ ਕੀ ਆ ਗਿਆ? ਕਹਿੰਦਾ ਕੌਨਸਟੀਟਿਊਐਂਟ ਅਸੈਂਬਲੀ, ਸੰਵਿਧਾਨਿਕ ਅਸੈਂਬਲੀ ਜਿਹੜੀ ਬਣੀ ਸੀ ਉਹਦਾ ਕਹਿੰਦੇ ਕੌਨਸਟੀਟਿਊਸ਼ਨਲ ਐਡਵਾਈਜ਼ਰ ਕੌਣ ਸੀ? ਐਡਵਾਈਜ਼ਰ ਕਿਹਨੂੰ ਰੱਖਿਆ ਗਿਆ ਬੱਚੇ? ਆਂਸਰ क्वेश्चन ए है, आंसर तुसीं दसना 4 बंदियां चो, सचिदानंद सिन्हा, BN राव, HN कुंजरू, VN मेनन। आंसर इज सारे ऑप्शनों में लाया करो अपने आंसर। ठीक है, ये रिकॉर्डेड सेशन है, फिर भी अपना ऑप्शन लाया करो क्योंकि बाद चों आके मैं देखूंगा किने की आंसर दिता। ऑलराइट जी। सो आंसर किसे दा? आंसर इज BN राव। BN राव जी नूं अपना कॉन्स्टिट्यूशनल एडवाइजर बनाया गया सी। चलो अगे बढ़ते हैं फिर आपां। अगला क्वेश्चन की पूछ रहे जी? अगला क्वेश्चन पूछ रहे जी कॉन्स्टिट्यूएंट असेंबली, कॉन्स्टिट्यूशन ऑफ इंडिया वाज फ्रेम्ड बाय कॉन्स्टिट्यूएंट असेंबली अंडर विच मिशन, या फिर कह दी अंडर विच इवेंट, या कह दी अंडर विच ऑफर। हुण अगस्त ऑफर 1940 वाला कहना 1940 ਨੂੰ बेस बना के कॉन्स्टिट्यूएंट असेंबली बनाई गई ਜਾਂ कॉन्स्टिट्यूशन लिखा गया, क्रिप्स मिशन के सजैशनस से लिखा गया, कैबिनेट मिशन की सजैशनस से लिखा गया, वेवल शिमला कॉन्फ्रेंस से लिखा गया 1945 वाले दी। ਇਹਦਾ आंसर की आऊगा? पिछे आप करके हटे हैं वो स्टेटमेंट ठीक सी। ठीक है, वो स्टेटमेंट ठीक सी पिछले क्वेश्चन च ਜਿਹੜੇ ਆਪਾਂ करके आए हैं। थर्ड स्टेटमेंट। सो आंसर इज कैबिनेट मिशन प्लान ऑफ 1946। कैबिनेट मिशन प्लान 1946 ਦੀ सजैशनस ਨੂੰ बेस बना के अपना संविधान लिखा गया। ये गल आप अपने दिमाग दे विच कर लेनी है, फिट कर लेनी है। नट खोलो, पेचकस लैके विच आ गल फिट करो। चलो कहना मैंबरस ऑफ द कॉन्स्टिट्यूएंट असेंबली वर, मैं ऑलरेडी गल बोलती है, जे हुण किसी बच्चे ने क्वेश्चन गलत किया फिर मेरे तो बुरा नहीं होगा। पहली स्टेटमेंट की कह रहे हैं, मैंबरस ने जिहड़े कहंदे नॉमिनेटेड किए गए सी,
ਗਵਰਨਰ ਜਨਰਲ ਵੱਲੋਂ ਮੈਂਬਰ ਸੀ ਜਿਹੜੇ ਕੌਂਸਟੀਟਿਊਂਟ ਅਸੈਂਬਲੀ ਦੇ। ਦੂਜੀ ਗੱਲ ਕੀ ਹੈ ਵੀ ਡਾਇਰੈਕਟਲੀ ਇਲੈਕਟ ਕੀਤੇ ਗਏ ਸੀ। ਪਿਛਲੀ ਸਟੇਟਮੈਂਟ 'ਚ ਮੈਂ ਗਲਤ ਦੱਸੀ ਸੀ ਡਾਇਰੈਕਟਲੀ ਇਲੈਕਟਡ ਵਾਲੀ, ਇਹਨੂੰ ਕੱਟੋ ਇਹਨੂੰ, ਪਰ ਦੂਜਾ ਆਪਸ਼ਨ ਤਾਂ ਕੱਟ ਗਿਆ। ਤੀਜਾ elected by the legislature of various provinces and nominated by the rulers of the princely states। ਦੇਖਦੇ ਸਹੀ ਹੈ ਕਿ ਨਹੀਂ। ਸੋ nominated by the Congress and Muslim League ਕੱਟੋ ਇਹਨੂੰ, ਆ ਵੀ ਕੱਟੋ। ਆਨਸਰ ਕੀ ਸੀਗਾ? ਪ੍ਰੋਵਿੰਸਿਸ ਦੀ ਜਿਹੜੀਆਂ ਲੈਜਿਸਲੇਚਰ ਸੀ ਕੁਛ ਮੈਂਬਰਸ ਉਹਨਾਂ ਨੇ ਇਲੈਕਟ ਕੀਤੇ ਸੀ, ਪਲੱਸ ਜਿਹੜੀ ਪ੍ਰਿੰਸਲੀ ਸਟੇਟ ਸੀ ਉਹਨਾਂ ਨੇ ਆਪਣੇ ਬੰਦੇ ਕੀ ਕੀਤੇ ਸੀਗੇ, ਨੋਮੀਨੇਟ ਕੀਤੇ ਸੀ। ਇਹਦਾ ਮਤਲਬ ਇਹ ਹੋਇਆ ਕਿ ਮੈਂਬਰਸ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ ਵਰ partially elected and partially nominated। ਇਹ ਗੱਲ ਯਾਦ ਰੱਖਣੀ ਹੈ। the answer is C option। answer is C option। alright ਜੀ, C option is the correct answer। ਗੱਲ ਯਾਦ ਰੱਖਣੀ ਹੈ, ਠੀਕ ਹੈ ਜੀ। ਇਹ ਨਟ ਖੋਲੋ ਫਿਰ ਦਿਮਾਗ ਦੇ ਦੁਬਾਰੇ। ਲੋ ਅਗਲਾ ਕੁਐਸਚਨ ਦੇਖੋ ਜੀ ਕੀ ਹੈ। ਕਹਿੰਦਾ who moved the objective resolution in the assembly on December 13 1946। ਲੈਕਚਰ ਸਟਾਰਟ ਹੋਣ ਤੋਂ ਪਹਿਲਾਂ ਵੀ ਮੈਂ ਗੱਲਾਂ ਤੁਹਾਨੂੰ ਬਾਰ-ਬਾਰ ਬੋਲ ਦਿੰਦਾ ਹੁੰਦਾ। ਮੈਂ ਇਸ ਤੋਂ ਪਤਾ ਲੱਗ ਜਾਂਦਾ ਵੀ ਹਾਂ ਵੀ ਬੱਚੇ ਸੁਣ ਰਹੇ ਕਿ ਨਹੀਂ। ਜਿਹੜੇ ਗਲਤ ਕਰਨਗੇ ਪਤਾ ਲੱਗ ਜਾਊਗਾ ਵੀ ਉਹ ਸੁਣ ਰਹੇ, ਉਹਨਾਂ ਨੇ ਸੁਣਿਆ ਸੀ ਕਿ ਨਹੀਂ। ਦੇਖੂੰਗਾ ਮੈਂ ਆ ਕੇ ਉਹ ਵੀ, ਠੀਕ ਹੈ। ਸੋ ਕਿੰਨਾ ਨੇ ਮੂਵ ਕੀਤਾ ਸੀ ਆਬਜੈਕਟਿਵ ਰੈਜ਼ੋਲੂਸ਼ਨ? ਬੀ ਆਰ ਅੰਬੇਦਕਰ ਨੇ, ਨਹਿਰੂ ਜੀ ਨੇ, MN ਰॉय ਨੇ ਜਾਂ ਫਿਰ KM ਮੁਨਸ਼ੀ ਨੇ? ਮੁਨਸ਼ੀ ਨੇ ਤਾਂ ਨਹੀਂ ਕੀਤਾ ਸੀ ਜੀ, ਮੁਨਸ਼ੀ ਜੀ ਨੇ ਨਹੀਂ ਕੀਤਾ ਸੀ, MN ਰॉय ਨੇ ਨਹੀਂ ਕੀਤਾ ਸੀ, BR ਅੰਬੇਦਕਰ ਨੇ ਨਹੀਂ ਕੀਤਾ ਸੀ। ਕੋਈ ਆਪਸ਼ਨ ਬਚ ਗਿਆ ਜੀ, ਉਹ ਕੌਣ ਸੀਗੇ? ਜਵਾਹਰ ਲਾਲ ਨਹਿਰੂ ਜੀ, ਜਵਾਹਰ ਲਾਲ ਨਹਿਰੂ ਜੀ। ਆਲਰਾਈਟ ਜੀ, ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਕੀ ਕਹਿ ਰਿਹਾ? ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਫਾਰਮੇਸ਼ਨ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ ਇਜ਼ ਔਰ ਆਰ ਕਰੈਕਟ। ਲੋ ਜੀ, 3-4 ਸਟੇਟਮੈਂਟ ਦੱਸਤੀਆਂ। ਕਹਿੰਦੇ ਉਹਨੂੰ ਦੱਸੋ ਵੀ ਇਹਨਾਂ ਵਿੱਚੋਂ ਸਟੇਟਮੈਂਟ ਕਰੈਕਟ ਕਿਹੜੀ ਆ। ਮੈਂਬਰਸ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ ਵਰ ਚੂਜ਼ਨ ਔਨ ਦਾ ਬੇਸਿਸ ਆਫ ਦੀ ਪ੍ਰੋਵਿੰਸ਼ੀਅਲ ਇਲੈਕਸ਼ਨਸ ਆਫ 1946, ਪਹਿਲੀ ਸਟੇਟਮੈਂਟ। ਦੂਜਾ, ਅਸੈਂਬਲੀ ਕੌਂਸਟੀਟਿਊਐਂਟ ਅਸੈਂਬਲੀ ਡਿਡ ਨਾਟ ਇਨਕਲੂਡ ਰਿਪਰੈਜ਼ੈਂਟੇਟਿਵ ਆਫ ਦਾ ਪ੍ਰਿੰਸਲੀ ਸਟੇਟਸ, ਪਿੱਛੇ ਕਰਕੇ ਆਏ ਆਪਾਂ, ਕੱਟੋ ਇਹਨੂੰ। ਦੂਜਾ ਆਪਸ਼ਨ ਦਾ ਜਮੀ ਕਰ ਰੋਂਗ ਹੈ, ਪਿੱਛੇ ਕਰਕੇ ਆਏ ਆਪਾਂ ਹਜੇ, ਸੋ ਇਹਨੂੰ ਕੱਟੋ। ਦੂਜਾ ਆਪਸ਼ਨ ਜਦੋਂ ਆਪਾਂ ਕੱਟਦੇ ਹਾਂ ਜੀ, ਇੱਕ ਆਪਸ਼ਨ ਐਲੀਮੀਨੇਟ ਹੋ ਗਿਆ ਕਿਉਂਕਿ ਦੂਜਾ ਆਪਸ਼ਨ ਇਜ਼ ਨਾਟ ਦਾ ਕਰੈਕਟ ਆਪਸ਼ਨ। ਆਲਰਾਈਟ, ਤੀਜੀ ਸਟੇਟਮੈਂਟ ਤੇ ਆਓ। ਕਹਿੰਦਾ ਡਿਸਕਸ਼ਨਸ ਵਿਦਿਨ ਦਾ ਕੌਂਸਟੀਟਿਊਐਂਟ ਅਸੈਂਬਲੀ ਵਰ ਨਾਟ ਇਨਫਲੂਐਂਸਡ ਬਾਈ ਦਾ ਓਪੀਨੀਅਨਸ ਐਕਸਪ੍ਰੈਸਡ ਬਾਈ ਦਾ ਪਬਲਿਕ। ਕਹਿੰਦਾ ਜੀ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਕਿਸੇ ਪਬਲਿਕ ਦਾ ਓਪੀਨੀਅਨ ਨਹੀਂ ਲਿੱਤਾ ਗਿਆ। ਸਟੇਟਮੈਂਟ ਇਹ ਕਹਿ ਰਹੀ ਹੈ, ਪਰ ਇਹ ਗਲਤ ਹੈ। ਪਬਲਿਕ ਨੂੰ ਜਿਹੜਾ ਡਰਾਫਟ ਬਣਾਇਆ ਸੀ, ਪਹਿਲਾ ਡਰਾਫਟ, ਪਬਲਿਕ ਤੋਂ ਉਹਨਾਂ ਦਾ ਓਪੀਨੀਅਨ ਲਿਆ ਗਿਆ ਸੀ ਉਹਦੇ ਬਾਰੇ, ਠੀਕ ਹੈ ਜੀ। ਇਹ ਤੀਜੀ ਸਟੇਟਮੈਂਟ ਗਲਤ ਹੈ। ਤੀਜੀ ਸਟੇਟਮੈਂਟ ਗਲਤ ਕੀਤੀ ਤਾਂ ਬੱਚੇ ਆਪਣਾ C ਆਪਸ਼ਨ ਵੀ ਗਿਆ। ਓਕੇ, ਹੁਣ ਦੋਨੋਂ ਆਪਸ਼ਨਾਂ ਦੇ ਵਿੱਚ 1 ਹੈ, ਦੋਨੋਂ ਆਪਸ਼ਨਾਂ ਵਿੱਚ 1 ਹੈ। A ਦੇ ਵਿੱਚ ਵੀ 1 ਹੈ ਤੇ D ਦੇ ਵਿੱਚ ਵੀ 1 ਹੈ। ਹੁਣ A1 ਪਹਿਲੀ ਸਟੇਟਮੈਂਟ ਬਿਲਕੁਲ ਠੀਕ ਹੈ। ਪਹਿਲੀ ਸਟੇਟਮੈਂਟ ਬਿਲਕੁਲ ਠੀਕ ਹੈ ਜੀ। ਮੈਂਬਰਸ ਆਫ ਦਾ ਕੌਂਸਟੀਟਿਊਐਂਟ ਅਸੈਂਬਲੀ ਵਰ ਚੂਜ਼ਨ ਔਨ ਦਾ ਬੇਸਿਸ ਆਫ ਦੀ ਪ੍ਰੋਵਿੰਸ਼ੀਅਲ ਇਲੈਕਸ਼ਨਸ ਆਫ 1946। ਓਕੇ, ਹੁਣ ਚੌਥੀ ਸਟੇਟਮੈਂਟ ਦੇਖਦੇ ਹਾਂ। ਕਹਿੰਦਾ ਇਨ ਆਰਡਰ ਟੂ ਕ੍ਰੀਏਟ ਅ ਸੈਂਸ ਆਫ ਕਲੈਕਟਿਵ ਪਾਰਟਿਸਿਪੇਸ਼ਨ ਸਬਮਿਸ਼ਨਸ ਵਰ ਸੋਲਿਸਿਟੇਟਡ ਫਰੋਮ ਦਾ ਪਬਲਿਕ। ਕਹਿੰਦਾ ਉਹਨਾਂ ਤੋਂ ਪਬਲਿਕ ਤੋਂ ਸੁਜੈਸ਼ਨਸ ਲਈਆਂ ਗਿਆ ਸੀ। ਜੇ ਤੀਜੀ ਸਟੇਟਮੈਂਟ ਗਲਤ ਹੈ ਤਾਂ ਚੌਥੀ ਤਾਂ ਠੀਕ ਹੋਊਗੀ, ਠੀਕ ਹੈ ਜੀ, ਕਿਉਂਕਿ ਆਪੋਜ਼ਿਟ ਨੇ। ਸੋ ਦਾ ਆਂਸਰ ਇਜ਼ D। D ਇਜ਼ ਦਾ ਕਰੈਕਟ ਆਪਸ਼ਨ। ਆਲਰਾਈਟ ਜੀ, ਚਲੋ ਵੈਰੀ ਗੁੱਡ। 9ਵਾਂ ਕੁਐਸਚਨ ਦੇਖਦੇ ਹਾਂ। 9ਵਾਂ ਕੁਐਸਚਨ ਕੀ ਕਹਿ ਰਿਹਾ ਜੀ, ਕੀ ਆਵਾਜ਼ ਕਰ ਰਿਹਾ ਇਹ? ਕਹਿੰਦੇ ਜੀ who among the following was not a member of the Constituent Assembly established in July 1946। ਕੌਂਸਟੀਟਿਊਐਂਟ ਅਸੈਂਬਲੀ ਬੱਚੇ ਜਿਹੜੀ ਹੈ ਇਸਟੈਬਲਿਸ਼ ਕੀਤੀ ਗਈ ਸੀ 1946 ਦੇ ਵਿੱਚ। ਕਹਿੰਦੇ ਇਹਨਾਂ ਚਾਰਾਂ ਮੈਂਬਰਾਂ ਵਿੱਚੋਂ ਕੌਣ ਮੈਂਬਰ ਨਹੀਂ ਸੀ ਉਹਦਾ? ਵੱਲਭ ਭਾਈ ਪਟੇਲ, ਉਹ ਤਾਂ ਹੈਗਾ ਸੀ। ਮਹਾਤਮਾ ਗਾਂਧੀ, KM ਮੁਨਸ਼ੀ ਜਾਂ ਫਿਰ JV ਕਿਰਪਲਾਨੀ। ਕੌਣ ਨਹੀਂ ਸੀ ਬੱਚੇ ਮੈਂਬਰ? ਕੁਐਸਚਨ ਇਹ ਪੁੱਛਿਆ ਗਿਆ ਤੁਹਾਡੇ ਤੋਂ। बताइए। 1934 ਦੇ ਵਿੱਚ ਮਹਾਤਮਾ ਗਾਂਧੀ ਨੇ ਕਾਂਗਰਸ ਤੋਂ ਰਿਜ਼ਾਈਨ ਕਰਤਾ ਸੀ। ਕਹਿੰਦਾ ਮੈਂ ਤਾਂ ਹਰੀਜਨਾਂ ਲਈ ਕੰਮ ਕਰਨਾ ਹੈ, ਮੈਂ ਹੋਰ ਕੰਸਟਰਕਟਿਵ ਕੰਮ ਕਰਨੇ ਨੇ, ਮੈਂ ਪੋਲਿਟਿਕਸ ਦੇ ਵਿੱਚ ਪੈਣਾ ਹੀ ਨਹੀਂ। ਸੋ ਫਿਰ ਉਹ ਕਿਵੇਂ ਬਣ ਸਕਦੇ ਨੇ ਜੀ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰ? ਸੋ ਆਂਸਰ ਇਜ਼ ਮਹਾਤਮਾ ਗਾਂਧੀ। ਮੋਹਨਦਾਸ ਕਰਮਚੰਦ ਗਾਂਧੀ ਇਜ਼ ਦਾ ਕਰੈਕਟ ਆਪਸ਼ਨ। ਆਲਰਾਈਟ ਜੀ, ਮੋਹਨਦਾਸ ਕਰਮਚੰਦ ਗਾਂਧੀ। ਮੋਹਨਦਾਸ ਕਰਮਚੰਦ ਗਾਂਧੀ ਦੇ ਬੇਸ ਆਪਾਂ ਫੋਰੈਸਟ ਗਾਰਡ ਦੇ ਵਿੱਚ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ, ਸਾਲਟ ਸੱਤਿਆਗ੍ਰਹਿ ਕਿਹੜੇ ਸਾਲ ਦੇ ਵਿੱਚ ਕੀਤਾ ਗਿਆ? ਸੋ ਪੰਜਾਬ ਦੇ ਜਿਹੜੇ ਮਰਜ਼ੀ ਐਗਜ਼ਾਮ ਦੇਣੇ ਨੇ, ਆਪਾਂ ਉਹਨਾਂ 'ਚ ਹਿਸਟਰੀ ਪੜ੍ਹਨੀ ਹੈ ਤਾਂ ਈਅਰ ਵਾਈਜ਼ ਪੜ੍ਹਨੀ ਹੈ, ਕ੍ਰੋਨੋਲੋਜੀਕਲ ਆਰਡਰ ਦੇ ਵਿੱਚ। ਹਰੇਕ ਇਵੈਂਟ ਦਾ ਆਪਾਂ ਨੂੰ ਸਾਲ ਯਾਦ ਹੋਣਾ ਚਾਹੀਦਾ। ਆਲਰਾਈਟ ਜੀ, ਅਗਲਾ ਕੁਐਸਚਨ ਕਰੋ। ਕਹਿੰਦਾ ਜਿਹੜਾ ਕੌਂਸਟੀਟਿਊਐਂਟ ਅਸੈਂਬਲੀ ਦਾ ਜਿਹੜਾ ਇਨੋਗਰਲ ਮੀਟਿੰਗ ਹੋਈ ਸੀ, ਇਨੋਗਰਲ ਮਾਨੇ ਜਿਹੜੀ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ, ਉਹਨੂੰ ਪ੍ਰੀਸਾਈਡ ਕਰਨ ਵਾਲਾ ਬੰਦਾ ਕੌਣ ਸੀ? ਇਹ ਕੁਐਸਚਨ ਪੁੱਛਿਆ ਗਿਆ ਜੀ ਤੁਹਾਡੇ ਤੋਂ। ਉਹਨੂੰ ਪ੍ਰੀਸਾਈਡ ਕਰਨ ਵਾਲਾ ਬੰਦਾ ਕੌਣ ਸੀ ਬੱਚੇ? ਕਿਹਨੂੰ? ਕੌਂਸਟੀਟਿਊਐਂਟ ਅਸੈਂਬਲੀ ਨੂੰ। ਕੀ ਆਨਸਰ ਆਊਗਾ ਇਹਦਾ?
सचिदानंद सिन्हा आऊगा, BR अंबेडकर आऊगा, डॉक्टर राजेंद्र प्रसाद या फिर P उपेंद्रा। लाओ ऑप्शन की लाओगे तुसीं, पहला भी डिस्कस होया है यूट्यूब ते, दोबारे ना गलत कर दिओ। आंसर की आऊगा जी इहदा? आंसर आऊगा जी सचिदानंद सिन्हा। सचिदानंद सिन्हा ने इनॉग्रल मीटिंग जिहड़ी है ਉਹਨੂੰ प्रिसाइड ਕੀਤਾ ਸੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਕੌਣ ਬਣ ਗਿਆ ਸੀ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸੋਗੇ, ਠੀਕ ਹੈ ਜੀ। ਇਹਦਾ ਟੈਂਪਰੇਰੀ ਬੇਸਿਸ ਤੇ ਸਚਿਦਾਨੰਦ ਸਿन्हा ਨੂੰ ਜਿਹੜਾ ਬਣਾਇਆ ਗਿਆ ਸੀ। ਆਲਰਾਈਟ ਜੀ, ਚਲੋ ਅਗਲਾ ਕੁਐਸਚਨ ਦੇਖ ਲਓ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਰਿਗਾਰਡਿੰਗ ਦਾ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ ਸਿਸਟਮ ਆਫ ਗਵਰਨਮੈਂਟ। ਸਰਕਾਰਾਂ ਦੇ ਬਣਦੇ ਸਿਰਫ ਦੋ ਹੀ ਸਿਸਟਮ ਮੰਨੇ ਗਏ ਨੇ ਅੱਜ ਤੱਕ, ਜੇ ਉਹਦਾ ਵਧੀਆ ਜਿਹੇ ਤਰੀਕੇ ਨਾਲ ਦੇਖਿਆ ਡੈਮੋਕ੍ਰੇਸੀ ਦੇ ਵਿੱਚ, ਜਾਂ ਤਾਂ ਪਾਰਲੀਮੈਂਟਰੀ ਸਿਸਟਮ ਹੋਊਗਾ ਜਾਂ ਤਾਂ ਹੋਊਗਾ ਜੀ ਪ੍ਰੈਜ਼ੀਡੈਂਸ਼ੀਅਲ ਸਿਸਟਮ। ਹੁਣ ਕੁਐਸਚਨ ਇਹ ਪੁੱਛਿਆ ਗਿਆ ਵੀ ਚਾਰ ਸਟੇਟਮੈਂਟਾਂ ਤੁਹਾਨੂੰ ਦਿੱਤੀਆਂ ਗਈਆਂ ਨੇ, ਕਹਿੰਦੇ ਇਹਨਾਂ ਚਾਰਾਂ ਵਿੱਚੋਂ ਇਹਨਾਂ ਦੋਨਾਂ ਨੂੰ ਬੇਸ ਬਣਾ ਕੇ ਪਾਰਲੀਮੈਂਟਰੀ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਆਫ ਸਰਕਾਰ ਨੂੰ ਬੇਸ ਬਣਾ ਕੇ ਕਿਹੜੀ ਸਟੇਟਮੈਂਟ ਜਿਹੜੀ ਹੈ ਨਾਟ ਕਰੈਕਟ ਹੈ। ਨਾਟ ਕਰੈਕਟ ਪੁੱਛਿਆ ਗਿਆ, ਦੱਸੋ ਕੀ ਆਪਸ਼ਨ ਆਊਗਾ ਜੀ। ਇਨ ਅ ਪਾਰਲੀਮੈਂਟਰੀ ਸਿਸਟਮ ਪਹਿਲਾ ਆਪਸ਼ਨ ਐਗਜ਼ੈਕਟਿਵ ਐਂਡ ਲੈਜਿਸਲੇਚਰ ਆਰ ਸੈਪਰੇਟ ਫਰੋਮ ਈਚ ਅਦਰ ਐਂਡ ਦੇ ਹੈਵ ਇਕੁਅਲ ਸਟੇਟਸ। ਬੱਚੇ ਜਿਹੜਾ ਕੁਐਸਚਨ ਹੈ ਨਾ, ਕੁਐਸਚਨ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੈ, ਕਿਉਂਕਿ ਇਹਦੇ ਵਿੱਚ ਸਿਰਫ ਇੱਕ ਸਟੇਟਮੈਂਟ ਗਲਤ ਹੈ, ਬਾਕੀ ਤਿੰਨ ਦੀਆਂ ਤਿੰਨ ਠੀਕ ਨੇ। ਉਹ ਤਿੰਨ ਤੁਹਾਨੂੰ ਕੁਝ ਸਿਖਾ ਕੇ ਜਾਣਗੀਆਂ, ਠੀਕ ਹੈ। ਸਾਰੇ ਆਪਸ਼ਨ ਪੜ੍ਹ ਲਓ ਇੱਕ ਵਾਰੀ, ਫਿਰ ਦੱਸੋ ਕੀ ਆਨਸਰ ਲਾਓਗੇ। ਪ੍ਰੈਜ਼ੀਡੈਂਸ਼ੀਅਲ ਸਿਸਟਮ 'ਚ ਕਹਿੰਦੇ ਕੀ ਹੁੰਦਾ ਜੀ, ਪਾਵਰਾਂ ਹੁੰਦੀਆਂ ਨੇ ਜਿਹੜੀਆਂ ਐਗਜ਼ੈਕਟਿਵ ਤੇ ਲੈਜਿਸਲੇਟਿਵ ਦੇ ਵਿੱਚ, ਉਹ ਕਹਿੰਦੇ ਬਾਹਲੀਆਂ ਟਰਾਂਸਪੇਰੈਂਟ ਹੁੰਦੀਆਂ ਨੇ। ਕਿਉਂ? ਕਹਿੰਦੇ ਉਹ ਲਿਮਿਟਾਂ ਜਿਹੜੀਆਂ ਨੇ ਉਹ ਪ੍ਰੋਪਰ ਹੁੰਦੀਆਂ ਨੇ, ਉਹਦੇ ਵਿੱਚ ਵਾਲਸ ਵਧੀਆ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਐਗਜ਼ੈਕਟਿਵ ਤੇ ਲੈਜਿਸਲੇਟਿਵ ਦੇ ਵਿੱਚ। ਦੂਜੀ ਸਟੇਟਮੈਂਟ ਕਹਿ ਰਹੀ ਹੈ। ਤੀਜੀ, ਇਨ ਏ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਦ ਲੈਜਿਸਲੇਚਰ ਕੈਨ ਨਾਟ ਰਿਮੂਵ ਦ ਪ੍ਰੈਜ਼ੀਡੈਂਟ ਐਂਡ ਹਿਜ਼ ਸੈਕਟਰੀਏਟਸ ਥਰੂ ਅ ਵੋਟ ਆਫ नो कॉन्फिडेंस। बिल्कुल ठीक स्टेटमेंट। इन ए पार्लियामेंट्री सिस्टम द प्रेसिडेंट कैन डिसॉल्व द लेजिस्लेचर वेयर एज ही कैन नॉट डू द सेम इन प्रेसिडेंशियल सिस्टम। बिल्कुल ठीक। सो रॉन्ग ऑप्शन की है? रॉन्ग ऑप्शन हैगा जी पहला ऑप्शन ए, क्योंकि पार्लियामेंट्री सिस्टम दे विच एग्जैक्टिव होवे चाहे होवे लैजिस्लेचर, वो एक दूजे नाल जिहड़ियां पावरां ने सैपरेट नहीं हुंदियां, सैपरेट नहीं हुंदियां, मिक्स हुंदियां ने पावर्स। ओके, सेम बंदा लैजिस्लेचर का भी पार्ट हो सकता है तो सेम बंदा जिहड़ा है एग्जैक्टिव का भी पार्ट हो सकता है। एग्जाम्पल कोई भी मिनिस्टर ला लो, वो MP भी हुंदा है तो मिनिस्टर भी हुंदा है। प्रेजिडेंशियल पार्लीमेंटरी सिस्टम दे विच आ चीज़ हुंदी है, ठीक है। इहदे विच पावरां जिहड़ियां ने सैपरेट नहीं हुंदियां एग्जैक्टिव ते लैजिस्लेचर दियां, ये गल याद रखनी है। पर प्रेजिडेंशियल सिस्टम दे विच राष्ट्रपति वाले सिस्टम दे विच जिहड़ा हुंदा है उहदे विच डिफरेंट हुंदा है। एग्जैक्टिव बंदा जिहड़ा हुंदा है वो MP नहीं हो सकता ते MP जिहड़ा होऊगा वो एग्जैक्टिव नहीं हो सकता, मिनिस्टर नहीं हो सकता। सो डिफरेंट डिफरेंट सिस्टम है। पहला ऑप्शन जिहड़ा है बिल्कुल गलत है, तीन दी तीन स्टेटमेंट बाकी ठीक ने। इन्फॉर्मेशन तुहानूं वधिया दित्ती है इहदे विच। चलो अगला क्वेश्चन देखते हैं। कहना विद रेफरेंस टू कॉन्स्टिट्यूएंट असैंबली कंसीडर द फॉलोइंग स्टेटमेंट्स। तीन स्टेटमेंटां नूं कहंदे तुसीं फॉलो करो ते दसो किहड़ा क्वेश्चन ठीक है, किहड़ी स्टेटमेंट गलत है ते सही है। कॉन्स्टिट्यूएंट असैंबली वाज फॉर्मुलेटेड अंडर द कैबिनेट मिशन पोस्ट इंडिपेंडेंस। बिल्कुल ठीक, कितनी बारी दसता। इलेक्शन टू द कॉन्स्टिट्यूएंट असैंबली वर कंडक्टेड इन द सिस्टम ऑफ सैपरेट इलैक्टोरेट बेस्ड ऑन द कम्यूनिटी। कम्यूनिटी नूं बना के सिख सिखां नूं वोट पाउणगे, मुस्लिम मुसलमानां नूं पाउणगे, जैन जैनी नूं पाउणगे, एंगलो इंडियन नूं पाउणगे। इस तरीके नाल वोट पई सी, इदां ही पई सी। बिल्कुल ठीक स्टेटमेंट। कॉन्स्टिट्यूएंट असैंबली बिकेम सॉवरन बॉडी ओनली आफ्टर इंडियन इंडिपेंडेंस एक्ट 1947 वाज इनैक्टेड। दसो जी, कॉन्स्टिट्यूएंट असैंबली उस तो बाद ही सॉवरन बनी है, उस तो बाद ही कह दी भी इंडिपेंडेंट बनी है जो इंडियन इंडिपेंडेंस एक्ट 1947 पास होया। दसो जी की आंसर आऊगा इहदा। पुछया की गया, करैक्ट स्टेटमेंट दसी गई, पुछी गई है तुहाडे तो, दसो की स्टेटमेंट आऊगी इहदी। ओके, पहली स्टेटमेंट है कॉन्स्टिट्यूएंट असैंबली वाज फॉर्मुलेटेड अंडर द कैबिनेट मिशन प्लान पोस्ट इंडिपेंडेंस। मैं पहली स्टेटमेंट तुहानूं कहता भी ठीक स्टेटमेंट है, पर मैं भी गलती खा गया, इत्थे लिखा सी पोस्ट इंडिपेंडेंस। भी असैंबली कॉन्स्टिट्यूएंट असैंबली जिहड़ी पोस्ट इंडिपेंडेंस दे बनी है, मतलब इंडिपेंडेंस तो बाद बनी है। नो, इंडिपेंडेंस तो पहला बनी है। माई बैड, मैं ठीक कही है गल, ठीक है। रॉन्ग स्टेटमेंट है, रॉन्ग स्टेटमेंट है। सो पहला हो गया गलत जी। हुण दूजी तो ठीक है, तुहानूं पहला दसता सी कम्यूनिटी बाइस हुई सी। हुण तीजी दसो जी, सॉवरन 1947 वाले इंडियन इंडिपेंडेंस एक्ट तो बाद बनी है। हुण ये दसो, ऑप्शन रह गए तुहाडे कोले ए या बी, ए या बी चो करैक्ट ऑप्शन है, दसो भी की होगा। सारे कमेंट सैक्शन दे विच पा दिओ अपने अपने आंसर, ठीक है जी। इहदा जिहड़ा आंसर आउणा सी बच्चे, द आंसर इज
2 ਐਂਡ 3 ਦੋਨੋਂ ਜਿਹੜੀਆਂ ਸਟੇਟਮੈਂਟ ਨੇ ਠੀਕ ਨੇ ਜੀ। ਕੌਂਸਟੀਟਿਊਂਟ ਅਸੈਂਬਲੀ ਪਹਿਲਾਂ ਸੋਵਰਨ ਨਹੀਂ ਸੀ, ਪਰ ਜਦੋਂ ਇੰਡੀਅਨ ਇੰਡੀਪੈਂਡੈਂਸ ਐਕਟ 1947 ਪਾਸ ਹੋਇਆ ਉਸ ਤੋਂ ਬਾਅਦ ਹੀ ਉਹਨੂੰ ਸੋਵਰਨ ਰੂਪ ਮਿਲਿਆ, ਉਸ ਤੋਂ ਬਾਅਦ ਹੀ ਉਹ ਇੰਡੀਪੈਂਡੈਂਟ ਕਹਿਲਾਈ ਹੈ। ਓਕੇ ਜੀ, ਇਹ ਗੱਲ ਯਾਦ ਰੱਖਣੀ ਆਪਾਂ। ਚਲੋ ਜੀ ਅਗਲਾ ਕੁਐਸਚਨ ਆ ਜਾਓ। ਕਹਿੰਦਾ ਜੀ ਅੰਡਰ ਦਾ ਫੰਡਾਮੈਂਟਲ ਰਾਈਟਸ ਆਫ ਇਕੁਐਲਿਟੀ 15ਵਾਂ prohibition of discrimination on the basis of only religion, race, caste, sex, place of birth। 15ਵਾਂ ਆਰਟੀਕਲ ਇਹ ਕਹਿੰਦਾ ਸਟੇਟ ਇਜ਼ ਪ੍ਰੋਹਿਬਿਟਡ, ਸਟੇਟ ਤੇ ਜਿਹੜੀ ਪਾਬੰਦੀ ਲਾਈ ਗਈ ਕਿ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਨਾਗਰਿਕਾਂ ਦੇ ਵਿੱਚ ਔਨ ਗਰਾਊਂਡਸ ਓਨਲੀ ਵੀ ਨਾਲ ਲਿਖਿਆ ਹੋਇਆ ਹੈ, ਔਨ ਗਰਾਊਂਡਸ ਓਨਲੀ ਆਫ ਵਿਚ ਆਫ ਦਾ ਫੋਲੋਇੰਗ ਰਿਲੀਜਨ, ਰੇਸ ਇੱਥੇ ਹੈ ਨਹੀਂ ਆਪਸ਼ਨ ਵਿੱਚ, ਰਿਲੀਜਨ, ਰੇਸ, ਕਾਸਟ, ਕਾਸਟ ਵੀ ਹੈ ਨਹੀਂ, ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਪਹਿਲੇ ਤਿੰਨ ਸਟੇਟਮੈਂਟਾਂ ਹੈਗੀਆਂ ਨੇ ਉਹਦੇ ਵਿੱਚ ਹੀ ਉਹ ਗਰਾਊਂਡਸ ਹੈਗੇ ਨੇ, ਪਰ ਚੌਥਾ ਪਲੇਸ ਆਫ ਰੈਜ਼ੀਡੈਂਸ ਇਜ਼ ਨਾਟ ਦਾ ਕ੍ਰਾਈਟੇਰੀਆ, ਇਜ਼ ਨਾਟ ਦਾ ਕ੍ਰਾਈਟੇਰੀਆ ਬੱਚੇ। ਪਲੇਸ ਆਫ ਰੈਜ਼ੀਡੈਂਸ ਤੇ ਸਟੇਟ ਜਿਹੜੀ ਡਿਸਕ੍ਰਿਮੀਨੇਸ਼ਨ ਕਰ ਸਕਦੀ ਹੈ। ਪਹਿਲੀਆਂ ਤਿੰਨ ਸਟੇਟਮੈਂਟਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ। 1 2 3 ਕਿਤੇ ਹੈ, 1 2 3 ਆ ਪਿਆ ਜੀ, ਡੀ ਇਜ਼ ਦਾ ਕਰੈਕਟ ਆਪਸ਼ਨ, ਡੀ ਇਜ਼ ਦਾ ਕਰੈਕਟ ਆਪਸ਼ਨ। ਠੀਕ ਹੈ ਜੀ, ਫੰਡਾਮੈਂਟਲ ਰਾਈਟਸ ਵਾਲਾ ਜਿਹੜਾ ਚੈਪਟਰ ਹੈ ਤੁਸੀਂ ਬਹੁਤ ਡਿਟੇਲ 'ਚ ਕਰੋਗੇ, ਪੰਜਾਬ ਦਾ ਕੋਈ ਮਰਜ਼ੀ ਪੇਪਰ ਦੇਣਾ ਹੋਵੇ ਆਲਰੇਡੀ ਜੀ ਬਹੁਤ ਡਿਟੇਲ 'ਚ ਕਰੋਗੇ ਕਿਉਂਕਿ ਜ਼ਰੂਰੀ ਬਹੁਤ ਹੈ। ਅਗਲਾ ਕੁਐਸਚਨ ਦੇਖੋ ਜੀ, ਅਗਲਾ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਜੀ ਵਿਦ ਰੈਫਰੈਂਸ ਟੂ ਆਰਡੀਨਰੀ ਐਂਡ ਫੰਡਾਮੈਂਟਲ ਰਾਈਟਸ, with reference to ordinary and fundamental rights consider the following statements। ਕਹਿੰਦਾ ਜਾਂ ਤਾਂ ਆਰਡੀਨਰੀ ਰਾਈਟਸ ਹੁੰਦੇ ਨੇ ਜਾਂ ਤਾਂ ਫੰਡਾਮੈਂਟਲ ਰਾਈਟਸ ਹੁੰਦੇ ਨੇ, ਉਹਨਾਂ ਨੂੰ ਸੰਦਰਭ ਵਿੱਚ ਰੱਖ ਕੇ ਉਹਨੂੰ ਬੇਸ ਬਣਾ ਕੇ ਇਹਨਾਂ ਸਟੇਟਮੈਂਟਸ ਨੂੰ ਤੁਸੀਂ ਕਹਿੰਦੇ ਤੁਸੀਂ ਕੀ ਕਰੋ ਜੀ, ਕੰਸੀਡਰ ਕਰੋ। ਤੇ ਪੁੱਛਿਆ ਕੀ ਗਿਆ, ਕਿਹੜੀ ਸਟੇਟਮੈਂਟ ਜਿਹੜੀ ਹੈ ਕਰੈਕਟ ਹੈ। ਲਓ ਜੀ ਕਹਿੰਦਾ ਅਨਲਾਈਕ ਆਰਡੀਨਰੀ ਲਾਸ ਦੇ ਉਲਟ ਫੰਡਾਮੈਂਟਲ ਰਾਈਟਸ ਨੂੰ ਚੇਂਜ ਕੀਤਾ ਜਾ ਸਕਦਾ ਹੈ ਬਾਏ ਅਮੈਂਡਿੰਗ ਦਾ ਕਨਸਟੀਟਿਊਸ਼ਨ। ਪਹਿਲੀ ਸਟੇਟਮੈਂਟ ਆ ਕਹਿ ਰਹੀ ਹੈ, ਦੂਜੀ ਕੀ ਕਹਿ ਰਹੀ ਹੈ, ਕਹਿੰਦਾ ਲਾਈਕ ਫੰਡਾਮੈਂਟਲ ਰਾਈਟਸ ਦੇ ਮੰਗੂ the ordinary rights are granted by the constitution of India। ਕੀ ਉਹ ਗਰੰਟੀ ਚ ਨੇ? ਆਰਡੀਨਰੀ ਰਾਈਟਸ ਕੀ ਗਰੰਟੀ ਹੈ? ਫੰਡਾਮੈਂਟਲ ਰਾਈਟ ਦੀ ਤਾਂ ਗਰੰਟੀ ਹੈ ਪਰ ਆਰਡੀਨਰੀ ਦੀ ਕੋਈ ਗਰੰਟੀ ਨਹੀਂ। ਸੋ ਦੂਜੀ ਸਟੇਟਮੈਂਟ ਗਲਤ ਹੋ ਗਈ, ਆਹ ਗਲਤ ਹੋ ਗਈ ਜੀ, ਆਹ ਗਲਤ ਹੋ ਗਈ। ਹੁਣ ਕੀ ਕਹਿ ਰਹੇ ਨੇ ਆਪਸ਼ਨ ਰਹਿ ਗਏ ਜੀ ਆਪਣੇ ਕੋਲ ਬੀ ਔਰ ਡੀ। ਹੁਣ ਬੀ ਔਰ ਡੀ ਦੇ ਵਿੱਚ ਕੀ ਲਿਖਿਆ, ਕਹਿੰਦਾ ਜਾਂ ਤਾਂ ਤੀਜੀ ਸਟੇਟਮੈਂਟ ਠੀਕ ਹੈ ਜਾਂ ਤਾਂ ਪਹਿਲੀ ਸਟੇਟਮੈਂਟ ਠੀਕ ਹੈ। ਚਲੋ ਤੀਜੀ ਦੇਖ ਲੈਂਦੇ ਹਾਂ। ਕਹਿੰਦਾ ਜੁਡੀਸ਼ਰੀ ਹੈਜ਼ ਦਾ ਪਾਵਰ ਐਂਡ ਰਿਸਪੌਂਸਿਬਿਲਿਟੀ ਟੂ ਪ੍ਰੋਟੈਕਟ ਫੰਡਾਮੈਂਟਲ ਐਜ਼ ਵੈਲ ਐਜ਼ ਆਰਡੀਨਰੀ ਰਾਈਟਸ। ਕੀ ਇਹ ਸਟੇਟਮੈਂਟ ਠੀਕ ਹੈ? ਜੁਡੀਸ਼ਰੀ ਜਿਹੜੀ ਹੈ ਪ੍ਰੋਟੈਕਟਰ ਆਫ ਦਾ ਫੰਡਾਮੈਂਟਲ ਰਾਈਟਸ ਆਪਾਂ ਕਹਿੰਦੇ ਹਾਂ ਜੀ ਆਪਾਂ, ਪਰ ਜਿਹੜੀ ਉਹਦੀ ਪਾਵਰ ਰਿਸਪੌਂਸਿਬਿਲਿਟੀ ਹੈ ਫੰਡਾਮੈਂਟਲ ਰਾਈਟ ਤੱਕ ਹੀ ਹੈ। ਠੀਕ ਹੈ ਜੀ, ਆਰਡੀਨਰੀ ਰਾਈਟਸ ਦੀ ਗਾਰੰਟੀ ਨਹੀਂ ਹੈਗੀ ਕੋਈ। ਠੀਕ ਹੈ ਜੀ, ਸੋ ਤੀਜੀ ਸਟੇਟਮੈਂਟ ਗਲਤ ਹੋ ਗਈ। ਆਪਸ਼ਨ ਕਿਹੜਾ ਰਹਿ ਗਿਆ ਜੀ? ਆਪਸ਼ਨ ਰਹਿ ਗਿਆ ਜੀ ਆਪਣੇ ਕੋਲੇ 1 ਓਨਲੀ। ਪਹਿਲੀ ਸਟੇਟਮੈਂਟ ਜੀ ਠੀਕ ਹੈ ਜੀ ਬਿਲਕੁਲ। ਓਕੇ ਜੀ, ਵੈਰੀ ਗੁੱਡ। ਲਓ ਜੀ ਅਗਲਾ ਕੁਐਸਚਨ ਆ ਜਾਓ। ਕੈਗ ਦੇ ਕੁਐਸਚਨ ਪੁੱਛਿਆ ਗਿਆ। ਕੈਗ ਦਾ ਮੈਨੂੰ ਤੁਸੀਂ ਆਰਟੀਕਲ ਜਿਹੜਾ ਹੈ ਕਮੈਂਟ ਸੈਕਸ਼ਨ ਵਿੱਚ ਦੱਸ ਦੋਗੇ ਵੀ ਕੈਗ ਦਾ ਕਿਹੜਾ ਆਰਟੀਕਲ ਹੈ। ਚਲੋ ਜੀ, ਵਿਦ ਰੈਫਰੈਂਸ ਟੂ ਕੈਗ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਕੁਐਸਚਨ ਬਹੁਤ ਚੰਗੀ ਤਰ੍ਹਾਂ ਪੜ੍ਹਨੇ ਨੇ ਆਪਾਂ। ਕਿਤੇ ਲਿਖਿਆ ਹੁੰਦਾ ਨਾਟ ਕਰੈਕਟ, ਕਿਤੇ ਹੁੰਦਾ ਕਰੈਕਟ, ਆਪਾਂ ਨੂੰ ਪੜ੍ਹਦੇ ਨਹੀਂ, ਆਪਾਂ ਹੋਰੇ ਉਲਟ ਕਰ ਦਿੰਦੇ ਕੰਮ। ਨਾਟ ਕਰੈਕਟ ਸਟੇਟਮੈਂਟ ਪੁੱਛੀ ਹੈ। ਪਹਿਲੀ ਸਟੇਟਮੈਂਟ 'ਚ ਕਹਿ ਰਿਹਾ, ਕਹਿੰਦਾ ਚਾਹੇ ਉਹਨੂੰ ਪ੍ਰੈਜ਼ੀਡੈਂਟ ਨੇ ਅਪਾਇੰਟ ਕੀਤਾ ਹੈ, ਦੋ ਅਪਾਇੰਟਡ ਬਾਈ ਦਾ ਪ੍ਰੈਜ਼ੀਡੈਂਟ, ਦਾ ਕੈਗ ਮੇ ਬੀ ਰਿਮੂਵਡ ਓਨਲੀ ਆਫਟਰ ਐਨ ਐਡਰੈਸ ਫਰੋਮ ਬੋਥ ਦੀ ਹਾਊਸ ਆਫ ਪਾਰਲੀਮੈਂਟ। ਕਹਿੰਦਾ ਚਾਹੇ ਉਹਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਹੈ ਪਰ ਜੇ ਉਹਨੂੰ ਰਿਮੂਵ ਕਰਨਾ ਹੈ ਤਾਂ ਦੋਨਾਂ ਪਾਰਲੀਮੈਂਟ ਦੇ ਦੋਨੇ ਸਦਨਾਂ ਦੇ ਵਿੱਚ, ਦੋਨਾਂ ਹਾਊਸ ਦੇ ਵਿੱਚ ਜਿਹੜਾ ਹੈ ਅਲੱਗ ਤੋਂ ਇੱਕ ਬਿੱਲ ਪਾਸ ਹੋਊਗਾ ਤਾਂ ਕਿਤੇ ਰਿਮੂਵ ਹੋਊਗਾ। ਪਹਿਲੀ ਸਟੇਟਮੈਂਟ ਇਹ ਕਹਿ ਰਹੀ ਹੈ ਜਿਹੜੀ ਮੈਨੂੰ ਲੱਗ ਰਹੀ ਹੈ ਬਿਲਕੁਲ ਠੀਕ ਹੈ। ਓਕੇ, ਬਿਲਕੁਲ ਠੀਕ ਹੀ ਹੈ ਜੀ ਇਹ। ਅਗਲੀ, ਐਡਮਿਨਿਸਟ੍ਰੇਟਿਵ ਐਕਸਪੈਂਸਿਸ ਆਫ ਦਾ ਆਫਿਸ ਆਫ ਦਾ ਕੈਗ ਇਨਕਲੂਡਿੰਗ ਆਲ ਸੈਲਰੀ ਅਲਾਉਂਸਸ ਐਂਡ ਪੈਨਸ਼ਨ ਸ਼ੈਲ ਬੀ ਚਾਰਜਡ ਅਪੌਨ ਦ ਕੰਸੋਲੀਡੇਟਡ ਫੰਡ ਆਫ ਇੰਡੀਆ। ਵੀ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਜਾਂਦੇ ਨੇ, ਲੱਗਦਾ ਇਹ ਵੀ ਠੀਕ ਰਿਹਾ। ਤੀਜਾ ਦੇਖੀਏ, ਕਹਿੰਦਾ ਕੈਗ ਮੇਕ ਐਂਡ ਸਬਸਕ੍ਰਾਈਬ ਬਿਫੋਰ ਦਾ ਪ੍ਰੈਜ਼ੀਡੈਂਟ। ਕਹਿੰਦਾ ਜਿਹੜੀ ਉਹਦੀ ਓਥ ਹੈ ਹਨਾ, ਅਕੋਰਡਿੰਗ ਟੂ ਦਾ ਫਾਰਮ ਸੈਟ ਆਊਟ ਫॉर ਦਾ ਪਰਪਸ ਇਨ ਦਾ 4th ਸ਼ਡਿਊਲ। ਸ਼ਡਿਊਲ ਯਾਦ ਹੋਣਗੇ ਤਾਂ ਦੇਖ ਲਿਓ ਅੱਗੇ। ਸੋ ਦਾ ਸੈਲਰੀ ਐਂਡ ਅਦਰ ਕੰਡੀਸ਼ਨਸ ਆਫ ਦਾ ਸਰਵਿਸ ਆਫ ਦਾ ਕੰਟਰੋਲਰ ਐਂਡ ਆਡੀਟਰ ਜਨਰਲ ਸ਼ੈਲ ਬੀ ਸਚ ਐਸ ਮੇ ਬੀ ਡਿਟਰਮਾਈਨਡ ਬਾਈ ਦਾ ਪਾਰਲੀਮੈਂਟ ਬਾਈ ਲਾਅ। ਪਾਰਲੀਮੈਂਟ ਡਿਟਰਮਾਈਨ ਕਰੂਗਾ ਵੀ ਕਿੰਨੀ ਸੈਲਰੀ, ਕਿੰਨੀ ਨਹੀਂ, ਕਿੰਨੀ ਅਲਾਉਂਸਸ ਮਿਲਣਗੇ, ਕਿੰਨੇ ਨਹੀਂ, ਕਿਹੜੀਆਂ ਫੈਸਿਲਿਟੀਆਂ ਮਿਲਣਗੀਆਂ, ਕਿਹੜੀਆਂ ਫੈਸਿਲਿਟੀਆਂ ਨਹੀਂ। ਸੋ ਆਪਸ਼ਨ ਜਿਹੜੇ ਨੇ ਤੁਸੀਂ ਮੈਨੂੰ ਆਪਣੇ ਕਮੈਂਟ ਸੈਕਸ਼ਨ ਵਿੱਚ ਪਾ ਦਿਓ ਵੀ ਕੀ ਕੀ ਨੇ। ਹੁਣ
ਪਿਛਲੀਆਂ ਕਲਾਸਾਂ ਦੇ ਵਿੱਚ ਮੈਂ ਕਿੰਨੀ ਵਾਰ ਤੁਹਾਨੂੰ ਸਮਝਾਇਆ ਹੋਇਆ ਵੀ ਸ਼ਡਿਊਲ ਯਾਦ ਕਰ ਲਿਓ, ਟੀਅਰਸ ਆਫ 올ਡ ਪੀਐਮ ਜਿਹੜਾ ਯਾਦ ਕਰ ਲਿਓ। ਹੁਣ ਕਈ ਬੱਚੇ ਹੋਣਗੇ ਗਲਤ ਇੱਥੇ ਆਪਸ਼ਨ ਲਾਉਣਗੇ, ਪਰ ਜਿਹੜਾ ਦਾ ਆਨਸਰ ਹੈ, ਕਿਉਂਕਿ ਨਾਟ ਕਰੈਕਟ ਪੁੱਛਿਆ ਗਿਆ, ਦਾ ਕਰੈਕਟ ਆਨਸਰ ਇਜ਼ ਆਪਸ਼ਨ ਸੀ। ਕੈਗ ਲੈਂਦਾ ਭਾਈ, ਓਥ ਮੰਨ ਲਿਆ, ਓਥ ਲੈਂਦਾ, ਪਰ ਚੌਥੇ ਸ਼ਡਿਊਲ 'ਚ ਲੈਂਦਾ। ਚੌਥਾ ਸ਼ਡਿਊਲ ਤਾਂ ਬਾਈ ਰਾਜ ਸਭਾ ਦੀਆਂ ਸੀਟਾਂ ਦੀ ਗੱਲ ਕਰਦਾ ਹੈ। ਤੀਜੇ ਸ਼ਡਿਊਲ ਲਿਖੇ ਨਾ ਤਾਂ ਸਟੇਟਮੈਂਟ ਠੀਕ ਹੁੰਦੀ। ਸੋ ਤੀਜਾ ਸਟੇਟਮੈਂਟ ਜਿਹੜੀ ਹੈ ਇੱਥੇ ਸੀ ਆਪਸ਼ਨ ਜਿਹੜੀ ਹੈ ਗਲਤ ਆਪਸ਼ਨ ਹੈ। ਆਲਰੇਡੀ ਸੀ ਆਪਸ਼ਨ ਇਜ਼ ਦਾ ਰੋਂਗ ਆਪਸ਼ਨ। ਇਹ ਗੱਲ ਆਪਾਂ ਆਪਣੇ ਦਿਮਾਗ 'ਚ ਬਿਠਾ ਕੇ ਰੱਖਣੀ ਹੈ। ਚਲੋ ਅੱਗੇ ਦੇਖਦੇ ਹਾਂ ਜੀ, ਅਗਲਾ ਕੁਐਸਚਨ ਕੀ ਆ। ਕਹਿੰਦਾ ਵਿਦ ਰੈਫਰੈਂਸ ਟੂ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਵਾਈਸ ਪ੍ਰੈਜ਼ੀਡੈਂਟ ਨੂੰ ਸੋਚ ਕੇ ਕਹਿੰਦੇ ਰੈਫਰੈਂਸ ਵਿੱਚ ਰੱਖ ਕੇ ਜਿਹੜੀਆਂ ਸਟੇਟਮੈਂਟਸ ਨੂੰ ਫੋਲੋ ਕਰੋ ਤੇ ਦੇਖੋ ਵੀ ਕਿਹੜੀਆਂ ਸਟੇਟਮੈਂਟਾਂ ਨੇ ਜਿਹੜੀਆਂ ਨੇ ਸਹੀ। ਲਓ ਜੀ, ਪਹਿਲੀ ਸਟੇਟਮੈਂਟ ਕੀ ਆ? ਕਹਿੰਦਾ ਵਾਈਸ ਪ੍ਰੈਜ਼ੀਡੈਂਟ ਐਕਟ ਕਰਦਾ ਹੈ ਪ੍ਰੈਜ਼ੀਡੈਂਟ ਇਫ ਅ ਵੈਕੈਂਸੀ, ਜੇ ਉਹਦੀ ਸੀਟ ਖਾਲੀ ਹੋ ਜੇ ਬਿਕੋਜ਼ ਆਫ ਰੈਜ਼ਿਗਨੇਸ਼ਨ ਔਰ ਰਿਮੂਵਲ ਔਰ ਡੈਥ ਆਫ ਦੀ ਪ੍ਰੈਜ਼ੀਡੈਂਟ, ਜਿਹੜੀ ਬਿਲਕੁਲ ਹੀ ਠੀਕ ਹੈ ਜੀ। ਜੇ ਪ੍ਰੈਜ਼ੀਡੈਂਟ ਦੀ ਡੈਥ ਹੋ ਜਾਏ, ਪ੍ਰੈਜ਼ੀਡੈਂਟ ਦੀ ਵੈਕੈਂਸੀ ਛੁੱਟੀਆਂ ਦੇ ਵਗ ਜਾਵੇ, ਚਾਹੇ ਰਿਜ਼ਾਈਨ ਕਰ ਜਾਵੇ, ਉਹਦੀ ਜਗ੍ਹਾ ਤੇ ਕੌਣ ਬੈਠੂਗਾ? ਵਾਈਸ ਪ੍ਰੈਜ਼ੀਡੈਂਟ। ਜੇ ਵਾਈਸ ਪ੍ਰੈਜ਼ੀਡੈਂਟ ਵੀ ਕਰ ਜੇ, ਉਹ ਕਮੈਂਟ ਸੈਕਸ਼ਨ ਵਿੱਚ ਦੱਸੋਗੇ ਫਿਰ ਕੌਣ ਬੈਠੂਗਾ। ਦੂਜੀ ਸਟੇਟਮੈਂਟ, he or she is elected by an electoral college which consists of the members of both the houses of the parliament including the nominated members। ਦੋਨੇ ਹਾਊਸਿਸ, ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਵੀ ਟੋਟਲ ਮੈਂਬਰ ਨੇ, ਚਾਹੇ ਇਲੈਕਟਡ ਹੋਣ ਚਾਹੇ ਨੋਮੀਨੇਟਡ, ਉਹ ਮਿਲ ਕੇ ਵੋਟ ਕਰਨਗੇ ਵੀ ਆਹ ਬੰਦੇ ਨੂੰ ਅਸੀਂ ਬਣਾਉਣਾ ਚਾਹੁੰਦੇ, ਇਹਨੂੰ ਨਹੀਂ ਬਣਾਉਣਾ ਚਾਹੁੰਦੇ। ਵਾਈਸ ਪ੍ਰੈਜ਼ੀਡੈਂਟ ਦੀ ਇੱਦਾਂ ਹੁੰਦੀ ਹੈ ਇਲੈਕਸ਼ਨ, ਇੱਦਾਂ ਹੀ ਹੁੰਦੀ ਹੈ, ਠੀਕ ਹੈ। ਜਦੋਂ ਪ੍ਰੈਜ਼ੀਡੈਂਟ ਦੀ ਗੱਲ ਆਉਂਦੀ ਹੈ ਉਹਦੇ ਵੇਲੇ ਨੋਮੀਨੇਟਡ ਮੈਂਬਰ ਨਹੀਂ ਬੰਦੇ ਵੋਟ ਪਾਉਂਦੇ, ਠੀਕ ਹੈ ਜੀ, ਪਰ ਵਾਈਸ ਪ੍ਰੈਜ਼ੀਡੈਂਟ ਦੇ ਪਾਉਂਦੇ ਆ। ਚਲੋ ਅਗਲਾ, qualification ਤੇ manner of election for being a vice president are the same as prescribed for the office of president। ਕਹਿੰਦਾ qualification ਮੰਨ ਲਈਏ ਵਾਈਸ ਪ੍ਰੈਜ਼ੀਡੈਂਟ ਲੱਗਣ ਦੀ, ਚਾਹੇ ਮੈਨਰ ਮੰਨ ਲਈਏ, ਕਹਿੰਦਾ ਉਹ ਸੇਮ ਹੈ ਜੀ ਐਸ ਜਿਵੇਂ ਆਪਾਂ ਪ੍ਰੈਜ਼ੀਡੈਂਟ ਨੂੰ ਚੁਣਦੇ ਹਾਂ। ਕੀ ਇਹ ਸਟੇਟਮੈਂਟ ਠੀਕ ਹੈ? ਸੋ ਪਹਿਲੀਆਂ ਦੋ ਸਟੇਟਮੈਂਟ ਠੀਕ ਨੇ, ਪਹਿਲੀਆਂ ਦੋ ਤਾਂ ਠੀਕ ਨੇ, ਮਤਲਬ ਕਿ ਆਹ ਕੱਟ ਗਿਆ ਜੀ, ਆਹ ਕੱਟ ਗਿਆ, 1 and 2 ਹੋਊਗਾ, ਜਦੋਂ 1 2 and 3 ਹੋਊਗਾ। ਦੱਸੋ ਬਈ, ਦੱਸੋ ਤੁਹਾਡਾ ਕੀ ਆਨਸਰ ਆਊਗਾ? ਚੈਟ ਬਾਕਸ 'ਚ ਲਾਓ ਆਪਣੇ ਆਨਸਰ। ਕੀ ਆਨਸਰ ਆਊਗਾ ਤੁਹਾਡਾ? ਆਨਸਰ ਆਊਗਾ ਜੀ ਡੀ, ਯਾਨੀ ਕਿ 1 2 and 3। ਤੀਜੀ ਸਟੇਟਮੈਂਟ ਵੀ ਹੈ ਜਿਹੜੀ ਬੱਚੇ ਬਿਲਕੁਲ ਹੀ ਕਰੈਕਟ ਸਟੇਟਮੈਂਟ ਹੈ। ਆਲਰਾਈਟ ਜੀ, ਚਲੋ ਅਗਲਾ ਕੁਐਸਚਨ ਦੇਖੋ। ਕਹਿੰਦਾ ਹੂ ਅਮੰਗ ਦਾ ਫੋਲੋਇੰਗ ਇਜ਼ ਆਥੋਰਾਈਜ਼ਡ ਟੂ ਸਟੈਬਲਿਸ਼ ਏ ਕਾਮਨ ਹਾਈ ਕੋਰਟ ਫॉर 2 or more ਸਟੇਟਸ। ਕਿਸੇ ਵੀ ਕਹਿੰਦਾ ਵੀ ਜੇ ਇੱਕ ਜਾਂ ਦੋ ਤੋਂ ਵੱਧ ਸਟੇਟਾਂ ਦੀ ਕਾਮਨ ਹਾਈ ਕੋਰਟ ਜੇ ਬਣਾਉਣੀ ਹੈ, ਠੀਕ ਹੈ ਜੀ, ਜਾਂ ਫਿਰ ਕਿਸੇ ਯੂਨੀਅਨ ਟੈਰੀਟਰੀ ਦੀ ਆਪਾਂ ਇੱਕ ਹਾਈ ਕੋਰਟ ਬਣਾਉਣੀ ਹੈ, ਤਾਂ ਉਸ ਹਾਈ ਕੋਰਟ ਨੂੰ ਇਸਟੈਬਲਿਸ਼ ਕਰਨਾ ਹੋਵੇ ਤਾਂ ਉਹ ਅਥਾਰਟੀ ਕਿਹਦੇ ਕੋਲ ਹੈ? ਕੀ ਉਹ ਪ੍ਰੈਜ਼ੀਡੈਂਟ ਕੋਲ ਹੈ? ਕੀ ਉਹ ਚੀਫ ਜਸਟਿਸ ਕੋਲ ਹੈ? ਕੀ ਉਹ ਪਾਰਲੀਮੈਂਟ ਕੋਲ ਹੈ? ਕੀ ਉਹ ਪਾਰਲੀਮੈਂਟ ਕੋਲ ਹੈ ਆਫਟਰ ਰეკਮੈਂਡੇਸ਼ਨ ਫਰੋਮ ਚੀਫ ਜਸਟਿਸ ਆਫ ਇੰਡੀਆ? ਲਓ ਜੀ, ਕੀ ਆਨਸਰ ਲਾਉਂਗੇ ਇਹਦਾ? ਲਾਓ ਵੀ ਆਨਸਰ, ਲਾਓ ਵੀ ਪ੍ਰੈਜ਼ੀਡੈਂਟ ਕਰੂਗਾ ਇਹ ਕੰਮ ਕਿ ਚੀਫ ਜਸਟਿਸ ਕਰੂਗਾ ਕਿ ਪਾਰਲੀਮੈਂਟ ਕਰੂਗਾ? बताइए जी। ये काम जो बंदा करेगा वो है जी अपना पार्लीमेंट ये चीज़ डिसाइड करूगा भी मैं किसी 2 कॉमन स्टेटां दी ਜਾਂ मैं उन्होंने 2 कॉमन स्टेटां दी हाई कोर्ट बनानी है ਜਾਂ किसी यूनियन टैरेटरी बनानी है या नहीं। ओके, प्रेजिडेंट CJI का कोई रोल नहीं ये। अगे आ जाओ, कहते विद रेफरेंस टू द रीजनेबल रिस्ट्रिक्शन ऑन द एक्सरसाइज ऑफ द राइट टू फ्रीडम ऑफ स्पीच एंड एक्सप्रैशन। राइट टू फ्रीडम ऑफ स्पीच एंड एक्सप्रैशन आर्टिकल केड़ा है? आर्टिकल 19। कहना मेरे को जी पूरा अधिकार है भी मैं कुछ भी बोल सकता, कुछ भी एक्सप्रैस कर सकता, पर ਉਹਦੇ ਵਿੱਚ कुछ रीजनेबल रिस्ट्रिक्शंस ने। ਉਹ ਕਿਹੜੀਆਂ रिस्ट्रिक्शन ने मैं कह दी भी ऑन द ग्राउंड्स ऑफ वट, किस ग्राउंड्स से वो रीजनेबल रिस्ट्रिक्शंस ने। इन्हां 4 ਤੁਹਾਨੂੰ देतियां, ठीक है जी, 4 ਤੁਹਾਨੂੰ ऑप्शन देते। थले पूछ लिया, कहना विच ऑफ द अबव आर एक्सप्लिसिटली मैंशन इन द कॉन्स्टिट्यूशन। ਕਹਿੰਦੇ ਜੀ ਅਲੱਗ ਤੋਂ ਲਿਖੀ ਗਈ ਹੈ ਗੱਲ ਵੀ ਇਹਦੇ ਉੱਤੇ ਤਾਂ ਤੁਹਾਨੂੰ ਰੀਜ਼ਨੇਬਲ ਰਿਸਟ੍ਰਿਕਸ਼ਨ ਸਟੇਟ ਲਾ ਸਕਦੀ ਹੈ ਜੀ। ਉਹ ਕਿਹੜੇ ਨੇ? ਸਿਕਿਉਰਿਟੀ ਆਫ ਦਾ ਸਟੇਟ, ਜੇ ਸਟੇਟ ਦੀ ਜਾਂ ਸਟੇਟ ਦੀ ਕਹਿ ਦਈਏ ਵੀ ਜਾਂ ਆਪਣੇ ਨੇਸ਼ਨ ਦੀ ਸਿਕਿਉਰਿਟੀ ਖਤਰੇ 'ਚ ਆ ਜੇ ਉਦੋਂ, ਜੇ ਪਬਲਿਕ ਆਰਡਰ ਖਰਾਬ ਹੋ ਜੇ ਉਦੋਂ, ਜੇ ਡਿਫੇਮੇਸ਼ਨ ਹੋ ਜਾਵੇ, ਠੀਕ ਹੈ ਜੀ। ਡਿਫੇਮੇਸ਼ਨ ਮਾਨੇ ਕਿਸੇ ਨੂੰ ਆਪਾਂ ਡੀਫੇਮ ਕਰ ਦਈਏ, ਠੀਕ ਹੈ ਜੀ। ਡੀਫੇਮ ਮਾਨੇ ਕਿਸੇ ਦਾ ਕਹਿ ਦਈਏ ਵੀ ਆਪਾਂ ਕਰੈਕਟਰ ਖਰਾਬ ਕਰ ਦਈਏ, ਡੀਫੇਮ ਕਰਨਾ। सो बिल्कुल सही। या फिर की ऑफ कंटेम्प्ट ऑफ कोर्ट होवे, मैं तो कह दूंगा जी मैं भी मेरे को राइट ऑफ स्पीच एंड एक्सप्रैशन हैगा, पर मैं अपनी जुडिशरी की बेइज्जती करदा उस ग्राउंड्स ते जिहड़ा है
ਰਿਸਟ੍ਰਿਕਸ਼ਨ ਲਾ ਸਕਦੀ ਹੈ ਸਟੇਟ। ਠੀਕ ਹੈ ਜੀ, ਆ ਚਾਰੇ ਗਰਾਊਂਡਸ ਨੇ ਜਿਹੜੇ ਉਹਨਾਂ ਦੇ ਰਿਸਟ੍ਰਿਕਸ਼ਨ ਲਾ ਸਕਦੀ ਹੈ ਜੇ ਗੱਲ ਹੁੰਦੀ ਹੈ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਆਰਟੀਕਲ 19। ਸੋ ਦ ਆਂਸਰ ਇਜ਼ all of the above, all of the above is the correct option। लो जी अगला क्वेश्चन करो फिर। कहना विद रेफरेंस टू द लोकल गवर्नमेंट इन इंडिया, लोकल गवर्नमेंट यानी कि म्यूनिसिपैलिटीज एंड पंचायत्स, कंसीडर द फॉलोइंग स्टेटमेंट्स। कहना दो ਜਿਹੜੀਆਂ स्टेटमेंट्स ने उन्होंने फॉलो करो तुसी। कहना पंचायत सिस्टम एग्जिस्ट इन ऑल द स्टेट्स एक्सेप्ट नागालैंड, मेघालय ते मिजोरम। नागालैंड, मेघालय ते मिजोरम ਨੂੰ ਛੱਡ ਕੇ ਬਾਕੀ ਸਾਰਿਆਂ ਕਿਤੇ ਪੰਚਾਇਤ ਸਿਸਟਮ ਹੈ। ਤੁਸੀਂ ਦੱਸਣਾ ਠੀਕ ਹੈ ਕਿ ਨਹੀਂ। ਅਗਲਾ ਪੰਚਾਇਤ ਸਿਸਟਮ ਇਜ਼ ਪ੍ਰੋਵਾਈਡਡ ਫॉर ऑल स्टेट्स हैविंग ए पॉपुलेशन मोर दैन 2 मिलियन। 2 मिलियन माने 20 ਲੱਖ। ਕਹਿੰਦਾ ਜਿਨ੍ਹਾਂ ਦੀ ਪੋਪੂਲੇਸ਼ਨ 20 ਲੱਖ ਤੋਂ ਜ਼ਿਆਦਾ ਹੈ ਉਹਨਾਂ ਵਾਸਤੇ ਹੀ ਕੀ ਪੰਚਾਇਤ ਸਿਸਟਮ ਕੰਪਲਸਰੀ ਹੈ। ਆ ਤੁਹਾਡੇ ਕੋਲ ਸਿਸਟਮ ਹੈ, ਆ ਦੋ ਸਟੇਟਮੈਂਟਾਂ ਨੇ ਪੁੱਛਿਆ ਗਿਆ ਜੀ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹੈ ਕਰੈਕਟ। ਦੱਸੋ ਜੀ ਕਿਹੜੀ ਸਟੇਟਮੈਂਟ ਕਰੈਕਟ है। ओके बताइए किहड़ी स्टेटमेंट करैक्ट है जी। सो द आंसर इज सी। दोनों ही स्टेटमेंट जिहड़ियां ने बच्चों करैक्ट ने। ठीक है जी, दोनों ही स्टेटमेंट जिहड़ियां ने करैक्ट ने। नागालैंड, मेघालय ते मिजोरम नूं छड्ड के बाकी सारे किते पंचायती सिस्टम लागू है। जे 20 ਲੱਖ तो ज़्यादा पॉपुलेशन होगी फिर ये जिहड़ी पंचायत सिस्टम है प्रोवाइडेड फॉर ऑल स्टेट्स। ठीक है जी, चलो जी अगला क्वेश्चन देख लिए अपना लास्ट क्वेश्चन ऑफ द डे। कहना विद रेफरेंस टू द वेरियस काइंड्स ऑफ जुरिसडिक्शन ऑफ द सुप्रीम कोर्ट, बथेरियां कराइए तुहानूं मैं। 131 ओरिजिनल जुरिसडिक्शन, 132 एपीलेट जुरिसडिक्शन, 136 स्पैशल लीव, ओके, 143 एडवाइजरी जुरिसडिक्शन। कहना भी एडवाइजरी जुरिसडिक्शन जे। सो कहना इन्हां नूं कंसीडर किया जाए वेरियस काइंड्स ऑफ जुरिसडिक्शन नूं, कंसीडर द फॉलोइंग स्टेटमेंट्स। कहना ओरिजिनल जुरिसडिक्शन जदों गल आ जाए उहदा मतलब की है जी। कहना इहदा मतलब है जी केसिस दैट कैन बी डायरैक्टली कंसीडर्ड बाय द सुप्रीम कोर्ट विदाउट गोइंग टू द लोअर कोर्ट्स बिफोर दैट। कहना जी ओरिजिनल जुरिसडिक्शन की गल आ जाए तो थल्लों केस नहीं उपर जाऊगा, सीधा सुप्रीम कोर्ट से जाऊगा केस। वो ओरिजिनल जुरिसडिक्शन है कि ये उस ओरिजिनल जुरिसडिक्शन नूं डिफाइन कर रहा है, जब मीनिंग एक्सप्रैस कर रहा है, बिल्कुल सही तरीके नाल कर रहा है जी। पहली स्टेटमेंट होगी करैक्ट। दूजा कहता रिटां जिहड़ियां हुंदियां ने ये एक्सक्लूसिव जुरिसडिक्शन है सुप्रीम कोर्ट का। एक्सक्लूसिव माने कि सिर्फ सुप्रीम कोर्ट ही रिटां जिहड़ियां जारी कर सकदी है। नो हाई कोर्ट भी कर सकती है, आप पढ़िया होया आर्टिकल 226। सो दूजी स्टेटमेंट होगी रॉन्ग। पहला जी रॉन्ग होगी उन्होंने कट्टो, पहला ऑप्शन कटता, दूजा ऑप्शन कटता। हुण पहली स्टेटमेंट आप करैक्ट लिखी हुई सी, दोनों ऑप्शनों के 3 कॉमन है। इसका मतलब तीजी स्टेटमेंट ठीक है। अपना पहली आप ठीक कर ली सी, आंसर थोड़ा सी है। देखो भाई रीजनिंग करना सीखो, थोड़ा जिहड़ा है पेपर सौखा हो जू अटैम्प्ट करना। ऑलराइट, चलो अपन आंसर पता लग गया तीसरी स्टेटमेंट बिना पढ़े। ओके, अंडर एपीलेट जुरिसडिक्शन ए पर्सन कैन अपील टू द सुप्रीम कोर्ट अगेंस्ट द डिसीजन ऑफ द हाई कोर्ट ओनली इफ द हाई कोर्ट सर्टिफाई दैट द केस इज फिट फॉर अपील। बिल्कुल ठीक, बहुत बारी कराया होया। आंसर इज 1 and 3। 1 and 3 इज द करेक्ट ऑप्शन। सो बच्चों अज अपना सैशन इन्ना ही होगा। आप भी बहुत ही कह दिए भी टिच क्वेश्चन ने जिहड़े हैंड पिक्ड क्वेश्चन ने जिहड़े अज आप डील किए ने, तुहानूं बाहली वधिया इन्फॉर्मेशन जिहड़ी प्रोवाइड की है। ਇਹੋ ਜਿਹੇ क्वेश्चन ਤੁਹਾਨੂੰ ਦੱਸੇ ਨੇ भी नॉट करैक्ट दस दो 4 स्टेटमेंट चो। ਇਹਦਾ मतलब 3 स्टेटमेंट ਤੁਹਾਨੂੰ करैक्ट मिलिया ने। ऑलराइट जी, सो दिस इज इट फॉर द डे बच्चे। फिर आप नैक्सट सैशन यानी कि मंडे ਨੂੰ मिलांगे होर क्वेश्चनस लैके। ठीक है जी, होर वधिया क्वेश्चनस लैके। मैं रब मूहरे अरदास करदा जी ਤੁਹਾਡਾ पूरा दिमाग ਜਿਹੜਾ है ट्रैक ਤੇ ਰੱਖੇ ਤਾਂ ਕਿ ਤੁਸੀਂ एक्साइज इंस्पैक्टर वीडियो लगो ਤੇ ਜਿਨ੍ਹਾਂ ਨੂੰ ਲੱਗਦਾ ਵੀ ਸਾਡਾ ਮਾइंड ਜਿਹੜਾ ਹੈ ਵੀ ਇੱਧਰ ਉੱਧਰ डिस्ट्रैक्ट हो रहा, मास्टर कोर्स ज्वाइन कर लो, डिस्क्रिप्शन चो लिंक च पिया। ठीक है जी, फिर आप जिहड़े मिलते रहा करांगे। चलो जी।